ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੂਜਾ ਮਹੀਨਾ ਚੜ ਗਿਆ ਨਵੇਂ ਸਾਲ ਦਾ 1 ਫਰਵਰੀ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ ਤੇ ਇੱਕ ਸਭ ਤੋਂ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਹੈ। ਗੈਰ ਕਾਨੂੰਨੀ ਰੇਤਾ ਮਾਈਨਿੰਗ ਦੇ ਮਾਮਲੇ ਦੇ ਵਿੱਚ ਰਾਜਪਾਲ ਨੇ ਮੁੱਖ ਮੰਤਰੀ ਚੰਨੀ ਦੇ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ ਨੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਤੇ ਗੈਰ ਕਾਨੂੰਨੀ ਖਨਨ ਦੇ ਮੁੱਦੇ ਤੇ ਮੁੱਖ ਮੰਤਰੀ ਚੰਨੀ ਖਿਲਾਫ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ। ਚੋਣਾਂ ਦਰਮਿਆਨ ਜਾਂਚ ਦੇ ਇਹਨਾਂ ਹੁਕਮਾਂ ਦੇ ਨਾਲ ਨਵਾਂ ਵਿਵਾਦ ਤਾਂ ਛਿੜਨਾ ਹੀ ਸੀ, ਜਿਹੜਾ ਕਿ ਛਿੜ ਗਿਆ। ਇਸ ਤੋਂ ਪਹਿਲਾਂ ਈਡੀ ਨੇ 18 ਜਨਵਰੀ ਨੂੰ ਚੰਨੀ ਦੇ ਕਰੀਬੀ ਰਿਸ਼ਤੇਦਾਰ ਹਨੀ ਸਮੇਤ ਹੋਰ ਕਈ ਥਾਵਾਂ ਤੇ ਛਾਪੇ ਵੀ ਮਾਰੇ ਸੀ। ਰਾਜਪਾਲ ਨੇ 24 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਮੰਗ ਪੱਤਰ ਦੇ ਹਵਾਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਡੀਜੀਪੀ ਵੀਕੇ ਭੰਵਰਾ ਨੂੰ ਉੱਚ ਪੱਧਰੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਡੀਜੀਪੀ ਨੂੰ ਜਾਂਚ ਰਿਪੋਰਟ ਸੌਂਪਣ ਦੇ ਲਈ ਵੀ ਕਿਹਾ ਹੈ। ਦਰਅਸਲ 24 ਜਨਵਰੀ ਨੂੰ ਆਮ ਆਦਮੀ ਪਾਰਟੀ ਦਾ ਇੱਕ ਵਫਦ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਡਾ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਸੀ। ਮੰਗ ਪੱਤਰ ਸੌਂਪ ਕੇ ਰੇਤ ਮਾਫੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਇਸ ਵਫਦ ਨੇ ਮੁੱਖ ਮੰਤਰੀ ਖਿਲਾਫ ਫੌਜਦਾਰੀ ਮੁਕੱਦਮਾ ਕਰਨ ਦੀ ਅਪੀਲ ਵੀ ਕੀਤੀ ਸੀ। ਇਸ ਚਿੱਠੀ ਦੇ ਵਿੱਚ ਈਡੀ ਦੇ ਛਾਪਿਆਂ ਦਾ ਹਵਾਲਾ ਵੀ ਦਿੱਤਾ ਸੀ। 10 ਕਰੋੜ ਦੀ ਨਕਦੀ ਜਿਹੜੀ ਜ਼ਬਤ ਕੀਤੀ ਗਈ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ ਉਦੋਂ ਵੀ ਮੁੱਖ ਮੰਤਰੀ ਸਮੇਤ ਸਾਰੀ ਕਾਂਗਰਸ ਨੇ ਕਿਹਾ ਸੀ ਕਿ ਛਾਪੇ ਬਦਲਾਖੋਰੀ ਦੇ ਤਹਿਤ ਮਾਰੇ ਗਏ ਨੇ ਤੇ 24 ਜਨਵਰੀ ਦੇ ਮੰਗ ਪੱਤਰ ਤੇ ਰਾਜਪਾਲ ਨੇ 31 ਜਨਵਰੀ ਨੂੰ ਹੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਇਸ ਜਲਦਬਾਜ਼ੀ ਤੋਂ ਸਿਆਸੀ ਲੀਡਰ ਹੈਰਾਨ ਨੇ ਤੇ ਰਾਜਪਾਲ ਦੇ ਇਹਨਾਂ ਐਲਾਨਾਂ ਤੇ ਕਈ ਸ਼ੰਕੇ ਵੀ ਖੜੇ ਹੁੰਦੇ ਨੇ, ਕਿਉਂਕਿ ਸਮਾਂ ਤਾਂ ਵਿਧਾਨ ਸਭਾ ਚੋਣਾਂ ਦਾ ਹੈ ਹੀ, ਉੱਤੋਂ ਕਾਂਗਰਸ ਨੇ ਹਾਲੇ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਐਲਾਨਣਾ ਹੈ। ਇਸ ਦੇ ਨਾਲ ਸ਼ੱਕ ਹੈ ਜਿਹੜਾ ਉਹ ਹੋਰ ਵੀ ਡੂੰਘਾ ਹੋ ਜਾਂਦਾ ਹੈ। ਉਧਰ ਆਮ ਆਦਮੀ ਪਾਰਟੀ ਨੇ ਰੇਤ ਮਾਫੀਆ ਖਿਲਾਫ ਰਾਜਪਾਲ ਦੇ ਵੱਲੋਂ ਦਿੱਤੇ ਗਏ ਜਾਂਚ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ। ਰਾਘਵ ਚੱਡਾ ਨੇ ਰਾਜਪਾਲ ਦਾ ਧੰਨਵਾਦ ਵੀ ਕੀਤਾ ਹੈ ਤੇ ਆਸ ਜਤਾਈ ਹੈ ਕਿ ਨਿਰਪੱਖ ਤੇ ਸੁਤੰਤਰ ਜਾਂਚ ਹੋਵੇਗੀ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਤੇ ਇਤਰਾਜ਼ ਜਤਾਇਆ ਹੈ। ਜਾਖੜ ਨੇ ਕਿਹਾ, ਜ਼ਾਹਿਰ ਤੌਰ ਤੇ ਸੁਪਰੀਮ ਕੋਰਟ ਨੇ ਵੀ ਡਰੱਗ ਕੇਸ ਦਾ ਫੈਸਲਾ ਕਰਨ ਸਮੇਂ ਚੋਣ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਿਆ, ਪਰ ਰਾਜਪਾਲ ਨੇ ਮੁੱਖ ਮੰਤਰੀ ਖਿਲਾਫ ਪੜਤਾਲ ਦੇ ਹੁਕਮ ਜਾਰੀ ਕਰਨ ਲਈ ਚੋਣਾਂ ਦੇ ਸਮੇਂ ਨੂੰ ਚੁਣਿਆ। ਉਹਨਾਂ ਕਿਹਾ ਕਿ ਪੜਤਾਲ ਕੀਤੇ ਜਾਣ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਚੋਣਾਂ ਮੌਕੇ ਪੜਤਾਲ ਦੀ ਟਾਈਮਿੰਗ ਗਲਤ ਹੈ। ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰਾਜਪਾਲ ਦੇ ਇਹਨਾਂ ਹੁਕਮਾਂ ਦੇ ਅਮਲ ਤੇ ਰੋਕ ਲਾਈ ਜਾਵੇ। ਅਗਲੀ ਅਹਿਮ ਖਬਰ ਬਜਟ ਸੈਸ਼ਨ ਦੇ ਨਾਲ ਜੁੜੀ ਹੋਈ ਹੈ। ਅੱਜ ਸੈਸ਼ਨ ਦਾ ਦੂਸਰਾ ਦਿਨ ਹੈ ਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ। ਕੱਲ ਸੈਸ਼ਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਹੋਈ। ਰਾਸ਼ਟਰਪਤੀ ਨੇ ਕਿਹਾ ਕਿ ਛੋਟੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਯਤਨਸ਼ੀਲ ਹੈ ਤੇ ਛੋਟੇ ਕਿਸਾਨਾਂ ਨੇ ਬਹੁਤ ਵਿਕਾਸ ਕੀਤਾ ਹੈ। ਕੱਲ ਕਿਸਾਨਾਂ ਨੇ ਪੂਰੇ ਦੇਸ਼ ਭਰ ਵਿੱਚ ਵਿਸ਼ਵਾਸਘਾਤ ਦਿਵਸ ਮਨਾਇਆ। ਪੂਰੇ ਦੇਸ਼ ਦੇ ਵਿੱਚ ਪਹਿਲਾਂ ਵਰਗਾ ਮਾਹੌਲ ਸੀ। ਜਦੋਂ ਕਿਸਾਨਾਂ ਦਾ ਮੋਰਚਾ ਚੱਲਦਾ ਸੀ ਉਦੋਂ ਪੂਰੇ ਦੇਸ਼ ਵਿੱਚ ਜਿਵੇਂ ਕਿਸਾਨ ਇਕੱਠੇ ਹੁੰਦੇ ਸੀ, ਲਾਮਬੰਦ ਹੁੰਦੇ ਸੀ, ਉਸੇ ਤਰ੍ਹਾਂ ਦਾ ਮਾਹੌਲ ਕੱਲ ਦੇਖਣ ਨੂੰ ਮਿਲਿਆ ਹੈ ਤੇ ਕਿਸਾਨਾਂ ਨੇ ਖਾਸ ਤੌਰ ਤੇ ਇਹ ਚੇਤਾਵਨੀ ਜਾਰੀ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਮੁੜ ਸੰਘਰਸ਼ ਸ਼ੁਰੂ ਕਰਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜੇ ਗਏ। ਰੋਸ ਪ੍ਰਦਰਸ਼ਨਾਂ ਦਰਮਿਆਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ। ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਗ੍ਰਿਫਤਾਰੀ ਤੇ ਰੋਕ ਲਾ ਕੇ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਕੱਲ ਪੰਜਾਬ ਦੇ ਵਿੱਚ ਕਿਹੜੇ ਦਿਗਜਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਤੇ ਕੀ ਕੁਝ ਕਿਹਾ ਹੈ ਨਾਮਜ਼ਦਗੀ ਭਰਨ ਮੌਕੇ, ਇਹ ਤੁਹਾਨੂੰ ਖਬਰਾਂ ਦੇ ਵਿਸਥਾਰ ਵਿੱਚ ਦੱਸਾਂਗੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਖੁਦ ਟਵਿੱਟਰ ਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਤਾਰੀਫ ਕੀਤੀ। ਭਾਰਤੀ ਚੋਣ ਕਮਿਸ਼ਨ ਨੇ 5 ਚੋਣਾਂ ਵਾਲੇ ਸੂਬਿਆਂ ਦੇ ਵਿੱਚ ਰੋਡ ਸ਼ੋਅ ਅਤੇ ਵੱਡੀਆਂ ਰੈਲੀਆਂ ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ। ਹਾਲਾਂਕਿ ਕੁਝ ਰਾਹਤਾਂ ਵੀ ਦਿੱਤੀਆਂ ਨੇ। ਕੱਲ ਅਰਵਿੰਦ ਕੇਜਰੀਵਾਲ ਸਮੇਤ ਭਗਵੰਤ ਮਾਨ ਨੇ ਵੀ ਕਿਸਾਨਾਂ ਦੇ ਲਈ ਐਲਾਨ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਗਿਰਦੌਰੀ ਤੋਂ ਪਹਿਲਾਂ ਹੀ 20,000 ਰੁਪਏ ਮੁਆਵਜ਼ਾ ਦੇਵਾਂਗੇ, ਬਾਕੀ ਦਾ ਮੁਆਵਜ਼ਾ ਗਿਰਦੌਰੀ ਤੋਂ ਬਾਅਦ ਦਿੱਤਾ ਜਾਵੇਗਾ। ਇਹ ਐਲਾਨ ਫਸਲ ਦੇ ਖਰਾਬੇ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ ਬਰਨਾਲਾ ਦੇ ਹਲਕਾ ਭਦੌੜ ਤੋਂ ਪਰਚਾ ਭਰਨ ਪਹੁੰਚੇ ਸੀ ਤਾਂ ਚੰਨੀ ਦਾ ਇੱਥੇ ਵਿਰੋਧ ਹੋਇਆ। ਕੱਚੇ ਅਧਿਆਪਕਾਂ ਨੇ ਮੁੱਖ ਮੰਤਰੀ ਦਾ ਵਿਰੋਧ ਕੀਤਾ। ਧੌਲਾ ਦੇ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਚੰਨੀ ਦਾ ਵਿਰੋਧ ਕੀਤਾ। ਮੁੱਖ ਮੰਤਰੀ ਜਿਵੇਂ ਹੀ ਪਿੰਡ ਧੌਲਾ ਦੇ ਵਿੱਚ ਪਿਰਮਲ ਸਿੰਘ ਧੌਲਾ ਦੇ ਘਰੇ ਪਹੁੰਚੇ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੇ ਨਾਲ ਮੁੱਖ ਮੰਤਰੀ ਚੰਨੀ ਦੀ ਬੰਦ ਕਮਰਾ ਬੈਠਕ ਹੋਈ, ਪਰ ਇਸ ਬਾਰੇ ਪੱਤਰਕਾਰਾਂ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
उधर संयुक्त समाज मोर्चे ने राजपुरे तो अपना दूसरा उम्मीदवार भी वापस ले लिया है। पहला प्रोफैसर प्रेम सिंह चंदूमाजरा के भांजे हरविंदर सिंह हरपालपुर नूं टिकट दी गई सी, 3 दिन बाद वापस ले लई सी। उस तो बाद सबका सरपंच जिहड़े हरपालपुर के अवतार सिंह भंगू नूं चोण मैदान विच उतारिया सी, पर अवतार सिंह तो भी टिकट वापस ले लई है। भंगू ने कहा है कि राजपुरा हलका खाली रखा जाएगा। पटियाला की केंद्रीय जेल दे विच बंद भाई बलवंत सिंह राजोआणा 27 साल बाद पहली वारी घंटे की पैरोल ते बाहर आए। राजोआणा ने लुधियाना दे विच अपने पिता की अंतिम अरदास विच हिस्सा लिया। इस मौके राजोआणा ने स्टेज तो संबोधन भी किया। पता लग्या कि बलवंत सिंह राजोआणा अपने घर भी जाना चाहते सी, पर ना तो अदालत ते ना ही प्रशासन ने उन्होंने इसकी आग्ञा दी। इस मौके ਗਿਆਨੀ हरप्रीत सिंह श्री अकाल तख्त साहिब के कार्यकारी जथेदार ने उन्होंने सिर ते दस्तार सजाई ਅਤੇ ਫਿਰ ਇਕੱਠਿਆਂ ਨੇ ਲੰਗਰ ਛਕਿਆ ਤੇ ਗੱਲਾਂ ਬਾਤਾਂ ਵੀ ਕੀਤੀਆਂ ਤੇ ਮਹਿਜ਼ 1 ਘੰਟੇ ਬਾਅਦ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿੱਚ ਵਾਪਸ ਭੇਜ ਦਿੱਤਾ ਗਿਆ। ਦਿੱਲੀ ਵਿੱਚ ਨੌਜਵਾਨ ਲੜਕੀ ਤੇ ਇੱਕ ਬਦਮਾਸ਼ ਪਰਿਵਾਰ ਨੇ ਜਿਹੜਾ ਅਣਮਨੁੱਖੀ ਤਸ਼ੱਦਦ ਢਾਇਆ ਹੈ, ਉਸ ਤੇ ਕੀ ਕੁਝ ਅਪਡੇਟ ਹੈ ਉਹ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਦੇ ਹਾਂ। ਤਿੱਖੀ ਆਲੋਚਨਾ ਸਿੱਖ ਭਾਈਚਾਰੇ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਦਿੱਲੀ ਦੀ ਸਰਕਾਰ ਨੇ ਕੋਈ ਬਿਆਨ नहीं ਦਿੱਤਾ। दिल्ली तो एक होर खबर है, श्रोमणी अकाली दल के सूबा प्रधान ने जिहड़े दिल्ली तो हरमीत सिंह कालका जिहड़े ताज़े दिल्ली सिख गुरुद्वारा मैनेजमेंट कमेटी के प्रधान बने ने, उन्होंने श्रोमणी अकाली दल तो अस्तीफा दे दिता है। प्रधान बनते 10वें दिन कालका का अस्तीफा आया है। लंघे दिन इस्त्री अकाली दल की प्रधान रणजीत कौर ने भी सारे अहुदियां तो अस्तीफा दे दिता सी। कालका ने सुखबीर बादल नूं भेजे गए अस्तीफे दे विच कहा है कि हुण दिल्ली की संगत ने मैनूं दिल्ली कमेटी का प्रधान चुनिया, इसलिए मैं चाहुंदा हाँ कि सियासत तो उत्ते उठ के सारी संगत की सेवा सारे मैंबरां नाल मिल के करा। ते हरमीत सिंह कालका लगातार ਵੱਖ-ਵੱਖ दिल्ली के हलकों के विच जा रहे ने अते लोकां दा धन्नवाद कर रहे ने, संगत दा धन्नवाद कर रहे ने। अगली खबर मनुखी अधिकारां दे नाल जुड़ी हुई है। किवें सालां बाद एक परिवार नूं इंसाफ मिलिया है ते दोषी SHO साबका SHO नूं 10 साल की कैद ते जुर्माना होया है। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਵਿਸ਼ੇਸ਼ CBI ਅਦਾਲਤ ਨੇ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਭੇਦਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਕੇਸ ਦਾ ਨਿਬੇੜਾ ਕਰ ਦਿੱਤਾ ਹੈ ਤੇ ਇਸ ਕੇਸ ਦੇ ਵਿੱਚ ਸਦਰ ਥਾਣਾ ਤਰਨਤਾਰਨ ਦੇ ਸਾਬਕਾ SHO ਮੇਜਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਅਤੇ 70,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। मामला 1991 ਦਾ ਹੈ, ਜਦੋਂ 31 ਜੁਲਾਈ 1991 ਦੀ ਸ਼ਾਮ ਨੂੰ ਸੰਤੋਖ ਸਿੰਘ ਨਾਮ ਦੇ ਸਿੱਖ ਨੌਜਵਾਨ ਨੂੰ ਦੇਰ ਸ਼ਾਮ ਥਾਣਾ ਸਦਰ ਤਰਨਤਾਰਨ ਦੇ ਤਤਕਾਲੀ SHO ਮੇਜਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ उसनूं ਜ਼ਬਰਦਸਤੀ थाणे लै गए सी। पुलिस ने ਅੰਮ੍ਰਿਤਸਰ ਦੇ ਪਿੰਡ ਜਸਪਾਲ ਵਿੱਚ ਛਾਪਾ ਮਾਰਿਆ ਸੀ ਤੇ ਸੰਤੋਖ ਸਿੰਘ ਨਾਮ ਦੇ ਨੌਜਵਾਨ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਲੈ ਗਏ ਸੀ ਤੇ ਉਸ ਨੂੰ ਫਿਰ ਗਾਇਬ ਕਰ ਦਿੱਤਾ ਸੀ। ਪਿਛਲੇ ਸਮੇਂ ਦੌਰਾਨ ਕਰੀਬ 17 ਸਾਲ ਇਸ ਕੇਸ ਦੀ ਸੁਣਵਾਈ ਤੇ ਲਗਾਤਾਰ ਸਟੇ ਰਹੀ। CBI ਦੇ ਵਕੀਲ ਗੁਰਵਿੰਦਰ ਸਿੰਘ ਤੇ ਪੀੜਤ ਪਰਿਵਾਰ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਤੇ ਪੁਸ਼ਵਿੰਦਰ ਸਿੰਘ ਨੱਤ ਕੇਸ ਦੀ ਪੈਰਵਾਈ ਕਰ ਰਹੇ ਸੀ। ਹਾਈ ਕੋਰਟ ਨੇ ਵੱਖ-ਵੱਖ ਪਹਿਲੂਆਂ ਤੇ ਗੌਰ ਕਰਦਿਆਂ ਤੇ ਪੀੜਤ ਪਰਿਵਾਰ ਦੀ ਦਲੀਲ ਸੁਣਦਿਆਂ 23 ਫਰਵਰੀ 1998 ਨੂੰ CBI ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਸੀ। ਪੀੜਤ ਮਾਂ ਸਵਰਨ ਕੌਰ ਨੇ ਮੁਆਵਜ਼ੇ ਸੰਬੰਧੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਤੇ ਆਖਿਰਕਾਰ ਇੰਨੇ ਸਾਲਾਂ ਬਾਅਦ ਜਾ ਕੇ ਇਸ ਕੇਸ ਦਾ ਨਿਬੇੜਾ ਹੋਇਆ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਹੈ। 91 ਦੇ ਕੇਸ ਵਿੱਚ ਇਨਸਾਫ ਦੀ ਮੰਗ ਕਰਦੇ ਨੌਜਵਾਨ ਦੇ ਮਾਪੇ ਬਜ਼ੁਰਗ ਹੋ ਚੁੱਕੇ ਨੇ, ਬੁੱਢੇ ਹੋ ਚੁੱਕੇ ਨੇ ਤੇ ਸੱਚਾਈ ਹੈ ਕਿ ਮਨੁੱਖੀ ਅਧਿਕਾਰਾਂ ਦਾ ਇਹ ਹਾਲ ਹੈ ਇਸ ਮੁਲਕ ਦੇ ਵਿੱਚ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਕੁਝ ਹੋਰ ਖਬਰਾਂ ਦੱਸਦੇ ਹਾਂ। ਗੱਲ ਕਰਾਂਗੇ ਉਸ ਸਮੂਹਿਕ ਜਬਰ ਜਨਾਹ ਦੀ ਘਟਨਾ ਦੀ ਜਿਹੜੀ ਕਿ 26 ਜਨਵਰੀ 2022 ਨੂੰ ਦਿੱਲੀ ਦੇ ਵਿੱਚ ਵਾਪਰੀ ਹੈ। ਇੱਕ ਪਾਸੇ ਜਿੱਥੇ ਮੁਲਕ ਦਾ ਹਾਕਮ ਗਣਤੰਤਰ ਦਿਹਾੜੇ ਦੀਆਂ ਰੌਣਕਾਂ ਮਨਾ ਰਿਹਾ ਸੀ ਤਾਂ ਉਸੇ ਦਿੱਲੀ ਦੇ ਕਸਤੂਰਬਾ ਨਗਰ ਇਲਾਕੇ ਦੇ ਵਿੱਚ ਇੱਕ ਧੀ ਦੀ ਪੱਤ ਲੁੱਟੀ ਗਈ और इस वहशियाना तरीके दे नाल लुट्टी गई ते उस तो बाद मीडिया की चुप्पी, सरकारां दी चुप्पी जां फिर इंसाफ रोंदा होया इंसाफ है जिहड़ा उस नूं देख के कहा जा सकदा है कि सिस्टम की शायद किधरे मौत हो जाती है जदों जिहियां घटनावां वापरदियां ने। दिल्ली दीयां गलियां दे विच शरेआम एक बदमाश परिवार ने एक सिख नौजवान लड़की नूं शरेआम बेपत्त कीता। समूहिक बलात्कार करन तो बाद उसदे सिੱਖੀ ਸਰੂਪ ਨੂੰ हत्थ पाया गया। ਦਰਿੰਦਿਆਂ ਨੇ ਲੜਕੀ ਦੇ ਪਹਿਲਾਂ ਕੇਸ ਕਤਲ ਕੀਤੇ, ਫਿਰ ਉਸ ਨੂੰ ਮਾਰ-ਮਾਰ ਕੇ ਅੱਧ-ਮੋਇਆ ਕਰ ਦਿੱਤਾ। ਹੇਠਲੇ ਪੱਧਰ ਦੀ ਬਦਤਮੀਜ਼ੀ ਵੀ ਕੀਤੀ ਗਈ। ਮਾਮਲਾ ਸਿਰਫ ਇੰਨਾ ਸੀ ਕਿ ਲੜਕੀ ਨੂੰ ਇੱਕ ਹਿੰਦੂ ਪਰਿਵਾਰ ਦੇ ਲੜਕੇ ਨੇ ਵਿਆਹ ਦੀ ਪੇਸ਼ਕਸ਼ ਦਿੱਤੀ ਸੀ, ਕੁੜੀ ਨੇ ਠੁਕਰਾ ਦਿੱਤੀ ਤੇ ਉਸ ਮੁੰਡੇ ਨੇ ਕਮੀਨੀ ਹਰਕਤ ਕਰਦਿਆਂ ਖੁਦਕੁਸ਼ੀ ਕਰ ਲਈ, ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਉਸਦੇ ਬਦਮਾਸ਼ ਪਰਿਵਾਰ ਨੇ
2 ਮਹੀਨਿਆਂ ਬਾਅਦ ਉਸ ਕੁੜੀ ਤੋਂ ਬਦਲਾ ਲਿਆ ਹੈ ਇਹ ਸਾਰੇ ਕਾਰੇ ਕਰਕੇ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਪੂਰਬੀ ਦਿੱਲੀ ਦੇ ਕਸਤੂਰਬਾ ਨਗਰ ਇਲਾਕੇ ਦੇ ਵਿੱਚ ਜੋ ਇਹ ਘਟਨਾਕ੍ਰਮ ਵਾਪਰਿਆ ਹੈ, ਇਸ ਦੇ ਵਿੱਚ ਇੱਕ 14 ਸਾਲਾ ਨਾਬਾਲਿਗ ਨੂੰ 29 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ FIR ਦੇ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ 8 ਔਰਤਾਂ, 3 ਨਾਬਾਲਿਗ ਲੜਕੇ ਤੇ ਇੱਕ ਪੁਰਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਕੁੜੀ ਨੂੰ ਅਗਵਾ ਕਰਨ ਲਈ ਵਰਤਿਆ ਇੱਕ ਆਟੋ ਰਿਕਸ਼ਾ ਵੀ ਜ਼ਬਤ ਕਰ ਲਿਆ ਗਿਆ। ਅਪਰਾਧ ਦੀ ਤੇਜ਼ ਤੇ ਸਹੀ ਜਾਂਚ ਦੇ ਲਈ ਸਿੱਟ ਦਾ ਗਠਨ ਵੀ ਕਰ ਦਿੱਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਜ਼ੁਲਮ ਦੀ ਇੰਤਹਾ ਦੱਸਿਆ ਹੈ ਕਿ ਹੈ 18ਵੀਂ ਸਦੀ ਦੇ ਮੁਗਲਾਂ ਵੱਲੋਂ ਕੀਤੇ ਗਏ ਜ਼ੁਲਮਾਂ ਨੂੰ ਵੀ ਮਾਤ ਪਾਉਂਦਾ ਹੈ ਅਤੇ ਸਰਕਾਰ ਨੂੰ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਇਹ ਜ਼ੁਲਮ ਦੀ ਇੱਕ ਇੰਤਹਾ ਹੈ, ਜ਼ੁਲਮ ਦਾ ਸਿਖਰ ਹੈ। ਪਹਿਲਾਂ ਵੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਇੱਕ ਲੜਕੀ ਦਾ ਜਿਹੜਾ ਹੈ ਉਹ ਰੇਪ ਕੀਤਾ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਉਸ ਦਾ ਕਤਲ ਹੋਇਆ ਸੀ। ਉਦੋਂ ਵੀ ਪੂਰਾ ਹਿੰਦੁਸਤਾਨ ਦਹਿਲਿਆ ਸੀ ਤੇ ਉਹਨਾਂ ਦੋਸ਼ੀਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਜਿਹੜੀਆਂ ਉਹ ਮਿਲੀਆਂ ਸੀ। ਇਸ ਵਾਰ ਵੀ ਇਹ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ ਚਾਹੀਦਾ। ਇਹਨਾਂ ਨੂੰ ਸਖਤ ਤੋਂ ਸਖਤ ਇਹੋ ਜਿਹੀ ਮਿਸਾਲੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਘਿਨਾਉਣਾ ਕੰਮ ਜਿਹੜਾ ਹੈ ਉਹ ਕਰਨ ਦਾ ਹੀਆ ਨਾ ਕਰੇ। ਖਾਸ ਤੌਰ ਦੇ ਉੱਤੇ ਕਿਸੇ ਲੜਕੀ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਜਿਹੜਾ ਹੈ ਉਹ ਹੀਆ ਨਾ ਕਰੇ। ਸਰਕਾਰ ਜਿਹੜੀ ਦਿੱਲੀ ਦੀ ਹੈ, ਭਾਰਤ ਸਰਕਾਰ ਹੈ, ਤੇ ਉਹਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਦੋਸ਼ੀ ਜਿਹੜੇ ਬਾਹਰ ਹੈ ਉਹਨਾਂ ਨੂੰ ਜਿਹੜਾ ਹੈ ਜਲਦੀ ਫੜਿਆ ਜਾਵੇ ਤੇ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਕਿਉਂਕਿ ਇਸ ਤੋਂ ਘਿਨਾਉਣਾ ਜਿਹੜਾ ਕੰਮ ਦਿੱਲੀ ਦੇ ਅੰਦਰ ਲੜਕੀ ਦੇ ਨਾਲ ਗੈਂਗ ਰੇਪ ਕਰਨਾ, ਉਸ ਤੋਂ ਬਾਅਦ ਉਸ ਨੂੰ ਮਾਰਨਾ, ਇਹ ਹੋ ਨਹੀਂ ਸਕਦਾ। ਔਰ ਉਸ ਨੂੰ ਸ਼ਰੇਆਮ ਜਿਹੜਾ ਘੁਮਾਇਆ ਜਾਣਾ, ਇਹ ਮੈਂ ਸਮਝਦਾ ਕਿ 18ਵੀਂ ਸਦੀ ਦੇ ਵਿੱਚ ਮੁਗਲਾਂ ਨਾਲੋਂ ਜਿਹੜੇ ਜ਼ੁਲਮ ਜਿਹੜੇ ਕੀਤੇ ਸੀ ਉਹਨਾਂ ਨੂੰ ਵੀ ਜਿਹੜਾ ਹੈ ਉਹ ਮਾਤ ਪਾਉਂਦਾ ਹੈ। ਸਖਤ ਸਜ਼ਾ ਮਿਲਣੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਇਸ ਨੂੰ ਅਣਮਨੁੱਖੀ ਤਸ਼ੱਦਦ ਨੂੰ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਦੱਸਿਆ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਤੇ ਬਹੁਤ ਅਫਸੋਸ ਜ਼ਾਹਿਰ ਕੀਤਾ ਹੈ ਕਿ ਇਸ ਕਾਰੇ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ। ਉਹਨਾਂ ਨੇ ਕਿਹਾ ਕਿ ਪਹਿਲ ਦੇ ਆਧਾਰ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਕਮੇਟੀ ਨੇ ਵੀ ਮਾਮਲੇ ਦੀ ਪੜਤਾਲ ਲਈ ਦਿੱਲੀ ਸਿੱਖ ਮਿਸ਼ਨ ਦੀ ਡਿਊਟੀ ਲਾ ਦਿੱਤੀ ਹੈ। ਦਿੱਲੀ ਦੇ ਸਿੱਖ ਲੀਡਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਿਹੜੀ ਦਿੱਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਬਹੁਤ ਹੀ ਸ਼ਰਮਨਾਕ ਹੈ। ਦਿੱਲੀ ਪੁਲਿਸ ਅਤੇ ਇਲਾਕੇ ਦੇ DC ਤੋਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਵਫਦ DC ਨੂੰ ਮਿਲ ਕੇ ਇਨਸਾਫ ਦੀ ਮੰਗ ਵੀ ਕਰੇਗਾ। ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਬੱਚੀ ਨੂੰ ਮਾਰਨ ਦਾ, ਕੇਸ ਕਤਲ ਕਰਨ ਦਾ, ਇੱਕ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਤੁਹਾਡਾ ਕੀ ਮਤਲਬ ਹੈਗਾ? ਮੈਂ ਦਿੱਲੀ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹਾਂਗਾ, ਇਲਾਕੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਇਹ ਜੋ ਲੋਕ ਹਨ ਦੇ ਸ਼ੁੱਡ ਨਾਟ ਗੋ ਸਕਾਟ ਫਰੀ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਸਾਡਾ ਡੈਲੀਗੇਸ਼ਨ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਪੂਰੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਜਿੱਥੇ ਅਸੀਂ ਨਿਖੇਧੀ ਕਰਦੇ ਹਾਂ ਉੱਥੇ ਅਸੀਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਉਸ ਬੱਚੇ ਨੂੰ ਜੀਵਨ ਦੇਵੇ ਤੇ ਉਹ ਆਪਣਾ ਜੀਵਨ ਨਿਰਵਾਹ ਕਰ ਸਕੇ ਤੇ ਸਖਤ ਲਫ਼ਜ਼ਾਂ ਦੇ ਵਿੱਚ ਇਹ ਜੀ ਇਨਹਿਊਮਨ ਹਰਕਤ ਦੀ ਅਸੀਂ ਨਿੰਦਾ ਕਰਦੇ ਹੈਗੇ ਹਾਂ। ਔਰ ਇਹ ਜਿਹੀਆਂ ਹਰਕਤਾਂ ਹੋਣੀਆਂ ਨਹੀਂ ਚਾਹੀਦੀਆਂ ਵੀ ਉਸ ਨੂੰ ਰੇਪ ਵੀ ਕੀਤਾ ਜਾਏ, ਮਾਰਿਆ ਵੀ ਜਾਏ। ਇਹ ਬੜੀ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਕੀਤੀ ਗਈ ਹੈ। ਅਕਾਲ ਖਾਲਸਾ ਨੇ ਵੀ ਇਸ ਘਟਨਾ ਨੂੰ ਦੇਸ਼ ਦੇ ਮੱਥੇ ਤੇ ਕਲੰਕ ਦੱਸਦਿਆਂ ਕਿਹਾ ਹੈ ਕਿ ਕਾਰਾ ਭਾਰਤੀ ਸੱਭਿਅਤਾ ਦੇ ਡਿੱਗ ਚੁੱਕੇ ਮਿਆਰ ਦੀ ਮੂੰਹ ਬੋਲਦੀ ਤਸਵੀਰ ਹੈ ਤੇ ਇਸ ਦੇ ਦੋਸ਼ੀਆਂ ਨੂੰ, ਕੁਕਰਮ ਕਰਨ ਵਾਲੇ ਦੋਸ਼ੀਆਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ। ਨਾਲ ਜਿਹੜੇ ਲੋਕ ਖੜ ਕੇ ਦੇਖ ਰਹੇ ਸੀ ਉਹ ਵੀ ਉਨੇ ਹੀ ਦੋਸ਼ੀ ਮੰਨੇ ਜਾਂਦੇ ਨੇ, ਉਹ ਵੀ ਸਜ਼ਾ ਦੇ ਹੱਕਦਾਰ ਨੇ। ਤੇ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਸੋਸ਼ਲ ਮੀਡੀਆ ਵੀ ਬਲ ਰਿਹਾ ਹੈ। ਆਪਣੀਆਂ ਭਾਵਨਾਵਾਂ ਕੱਢ ਰਹੇ ਨੇ ਲੋਕ ਕਿ ਕਿਧਰੇ ਇਨਸਾਫ ਮਿਲ ਜਾਵੇ, ਕਿਉਂ ਜ਼ਿਆਦਤੀ ਕੀਤੀ ਜਾ ਰਹੀ ਹੈ। ਕਿ ਇੱਕ ਜਿਹੜੀ ਲੜਕੀ ਸੀ ਉਹ ਜੇ ਸਿੱਖ ਧਰਮ ਨਾਲ ਸੰਬੰਧਿਤ ਸੀ ਜਾਂ ਫਿਰ ਉਹ ਕਿਸੇ ਹੋਰ ਘੱਟ ਗਿਣਤੀ ਨਾਲ ਸੰਬੰਧਿਤ ਹੁੰਦੀ, ਕਿ ਇਸੇ ਕਰਕੇ ਉਸ ਦੇ ਲਈ ਆਵਾਜ਼ ਨਹੀਂ ਚੁੱਕੀ ਜਾ ਰਹੀ, ਕਿ ਇਸੇ ਕਰਕੇ ਮੀਡੀਆ ਇਸ ਖਬਰ ਨੂੰ ਨਹੀਂ ਦਿਖਾ ਰਿਹਾ, ਕਿ ਇਸੇ ਕਰਕੇ ਸਰਕਾਰਾਂ ਨਹੀਂ ਬੋਲ ਰਹੀਆਂ, ਕਿ ਇਸੇ ਕਰਕੇ ਪੂਰੇ ਦੇਸ਼ ਦੇ ਲੋਕ ਨਿਰਭਇਆ ਕਾਂਡ ਵਾਂਗ ਸੜਕਾਂ ਤੇ ਨਹੀਂ ਉਤਰ ਰਹੇ।
बड़े सवाल उठ रहे ने। दूसरी खबर मौसम दे नाल जुड़ी हुई है क्योंकि दोबारा फिर मींह पैण ਦੀਆਂ खबरां मौसम विभाग ने ਤੁਹਾਨੂੰ ਦੇ ਦਿੱਤੀਆਂ ਨੇ। ਠੰਡ ਹਲੇ ਘਟਣ ਵਾਲੀ ਨਹੀਂ ਹੈ, ਹਲੇ ਠਾਰੇ ਦੇ ਵਿੱਚ ਤੁਹਾਨੂੰ ਰਹਿਣਾ ਪਵੇਗਾ। ਜਨਵਰੀ ਦੀ ਸ਼ੁਰੂਆਤ ਦੇ ਵਿੱਚ ਤੇ ਜਨਵਰੀ ਦੇ ਅਖੀਰ ਦੇ ਵਿੱਚ ਪਏ ਮੀਂਹ ਨਾਲ ਤਾਪਮਾਨ ਬਹੁਤ ਥੱਲੇ ਡਿੱਗ ਪਿਆ ਸੀ ਤੇ ਹੁਣ ਵੀ ਪੰਜਾਬ ਦੇ ਵਿੱਚ ਮੌਸਮ ਇਹੋ ਜਿਹਾ ਬਣਿਆ ਹੋਇਆ ਕਿ ਦਿਨ ਵੇਲੇ ਜੇ ਧੁੱਪ ਨਿਕਲਦੀ ਹੈ ਤਾਂ ਗਰਮ ਕੱਪੜੇ ਵੀ ਸਹਿ ਨਹੀਂ ਹੁੰਦੇ ਤੇ ਰਾਤ ਨੂੰ ਦੋ ਰਜਾਈਆਂ ਤੋਂ ਬਿਨਾਂ ਵੀ ਸ਼ਾਇਦ ਵਕਤ ਨਹੀਂ ਨਿਕਲਦਾ ਹੈਗਾ ਕਿਉਂਕਿ ਰਾਤ ਨੂੰ ਤਾਪਮਾਨ ਬਹੁਤ ਥੱਲੇ ਡਿੱਗ ਜਾਂਦਾ ਹੈ। ਤੇ ਹੁਣ ਮੌਸਮ ਵਿਭਾਗ ਨੇ ਹੋਰ ਚਿੰਤਾ ਪਾ ਦਿੱਤੀ ਹੈ ਕਿ 2 ਤੋਂ 4 ਫਰਵਰੀ ਦੇ ਦਰਮਿਆਨ ਮੁੜ ਮੀਂਹ ਪੈ ਸਕਦਾ ਹੈ ਤੇ ਠੰਡ ਹੋਰ ਲੰਬਾ ਸਮਾਂ ਚੱਲ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾਕਟਰ ਰਾਜਕੁਮਾਰ ਪਾਲ ਨੇ ਦੱਸਿਆ ਕਿ ਪੱਛਮੀ ਹਿਮਾਲਿਆ ਦੇ ਉਤਲੇ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਤੇ ਬਰਫ਼ਬਾਰੀ ਦੀ ਜਾਣਕਾਰੀ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ ਮਾਲਵਾ ਇਲਾਕੇ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਸੀਤ ਲਹਿਰ ਤੋਂ ਛੁਟਕਾਰਾ ਨਹੀਂ ਮਿਲੇਗਾ, ਖਾਸ ਕਰਕੇ ਪੰਜਾਬ ਦੇ ਮਾਲਵੇ ਦੇ ਵਿੱਚ। ਹਾਲਾਂਕਿ ਉਧਰ ਸੰਘਣੀ ਧੁੰਦ ਵੀ ਲਗਾਤਾਰ ਪੈ ਰਹੀ ਹੈ। ਜੇ ਤੁਸੀਂ ਇਧਰਲੇ ਪਾਸੇ ਆ ਜਾਓ ਚੰਡੀਗੜ੍ਹ ਵਾਲੇ ਪਾਸੇ ਤਾਂ ਇੱਥੇ ਧੁੱਪ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਹੈ, ਪਰ ਠੰਡੀਆਂ ਹਵਾਵਾਂ ਵੀ ਨਾਲ ਚੱਲ ਰਹੀਆਂ ਨੇ, ਹਨੇਰੀ ਵਰਗੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਹੁਣ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਮੀਂਹ ਪੈ ਸਕਦਾ ਹੈ। ਇਹ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਮੋਗਾ, ਫਿਰੋਜ਼ਪੁਰ ਤੇ ਮੁਕਤਸਰ ਮਾਲਵੇ ਦੇ ਜ਼ਿਲ੍ਹੇ ਨੇ ਇੱਥੇ 4 ਡਿਗਰੀ ਤੋਂ ਘੱਟੋ ਘੱਟ ਹੇਠਾਂ ਪਾਰਾ ਰਹਿਣ ਦੀ ਖਬਰ ਮਿਲੀ ਹੈ। ਦਿਨ ਦਾ ਤਾਪਮਾਨ 15 ਤੋਂ 18 ਡਿਗਰੀ ਤੱਕ ਪਹੁੰਚ ਜਾਂਦਾ ਹੈ, ਪਰ ਰਾਤ ਦਾ 4 ਡਿਗਰੀ ਤੋਂ ਵੀ ਥੱਲੇ ਡਿੱਗ ਜਾਂਦਾ ਹੈ। ਜਿਹੜੇ ਖੇਤੀਬਾੜੀ ਮਾਹਿਰ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਤੇ ਧੁੰਦਾਂ ਪੈਣ ਕਾਰਨ ਕਣਕ ਸਮੇਤ ਹੋਰ ਖਾੜੀ ਦੀਆਂ ਫਸਲਾਂ ਦੇ ਵਿੱਚ ਨਦੀਨ ਨੇ ਜਿਹੜੇ ਉਹ ਵੱਡੀ ਪੱਧਰ ਤੇ ਉੱਗ ਆਏ ਨੇ ਤੇ ਉਹਨਾਂ ਨੂੰ ਖਤਮ ਕਰਨਾ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਫਸਲਾਂ ਦੀ ਜਿਹੜਾ ਫਸਲਾਂ ਦਾ ਵਾਧਾ ਹੁੰਦਾ ਹੈ ਉਹਨੂੰ ਰੋਕ ਦਿੰਦੇ ਨੇ। ਸੋ ਇਸ ਕਰਕੇ ਕਿਸਾਨ ਨੇ ਜਿਹੜੇ ਕਿਸਾਨ ਭਰਾਵਾਂ ਨੂੰ ਅਸੀਂ ਜ਼ਰੂਰ ਸਲਾਹ ਦੇਵਾਂਗੇ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੀ PAU ਉਸ ਦੀ ਸਿਫਾਰਿਸ਼ ਨਾਲ ਜਿਹੜੀਆਂ ਸਪਰੇਹਾਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਉਹਨਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਸੋ ਠੰਡ ਹਲੇ ਹੋਰ ਪੈਂਦੀ ਰਹੇਗੀ। ਜਿਨ੍ਹਾਂ ਨੂੰ ਠੰਡ ਬਹੁਤ ਪਸੰਦ ਹੈ ਉਹਨਾਂ ਦੇ ਲਈ ਇਹ ਚੰਗੀ ਖਬਰ ਹੈ। ਅਗਲੀ ਖਬਰ ਕਿਸਾਨਾਂ ਦੇ ਸੰਘਰਸ਼ ਨਾਲ ਜੁੜੀ ਹੋਈ ਹੈ। ਕਿਸਾਨਾਂ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕਿ ਮੋਰਚੇ ਮੁੜ ਤੋਂ ਸ਼ੁਰੂ ਕੀਤੇ ਜਾ ਸਕਦੇ ਨੇ। ਇੱਕ ਪਾਸੇ ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਤਾਂ ਦੂਸਰੇ ਪਾਸੇ 31 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੇ ਦੇਸ਼ ਪੱਧਰੀ ਰੋਸ ਮੁਜ਼ਾਹਰੇ ਕੀਤੇ। ਦਿੱਲੀ ਬਾਰਡਰਾਂ ਤੇ ਕਿਸਾਨ ਸਮਾਪਤ ਹੋਏ ਨੂੰ 1.5 ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਸਮਝੌਤੇ ਮੁਤਾਬਿਕ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਸਾਨਾਂ ਨੇ ਵਿਸ਼ਵਾਸਘਾਤ ਦਿਵਸ ਮਨਾਇਆ। ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਮੁਜ਼ਾਹਰੇ ਕੀਤੇ। ਵੱਖ-ਵੱਖ ਥਾਵਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ BJP ਦੇ ਲੀਡਰਾਂ ਦੇ ਪੁਤਲੇ ਫੂਕੇ ਗਏ। SDM ਤੇ DC ਰਾਹੀਂ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਭੇਜੇ ਗਏ। ਕਿਸਾਨ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਗਵਰਨਰ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਦੇ ਮੰਗ ਪੱਤਰ ਵੀ ਭੇਜੇ ਨੇ ਤੇ ਮੰਗ ਕੀਤੀ ਹੈ ਕਿ ਪਹਿਲਾਂ ਹੀ ਮੰਨੀਆਂ ਮੰਗਾਂ ਤੇ ਐਲਾਨਾਂ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ। ਕਿਸਾਨ ਲੀਡਰਾਂ ਨੇ ਕਿਹਾ ਕਿ 3 ਖੇਤੀ ਕਾਨੂੰਨਾਂ ਵਿਰੁੱਧ 1 ਸਾਲ ਲੰਬਾ ਸੰਘਰਸ਼ ਕਰਕੇ ਕਿਸਾਨਾਂ ਨੇ ਕਾਲੇ ਕਾਨੂੰਨ ਰੱਦ ਕਰਵਾਏ ਸੀ। ਮੋਰਚੇ ਦੇ ਨਾਲ ਸੰਬੰਧਿਤ ਬਾਕੀ ਮੰਗਾਂ ਮੰਨਣ ਦਾ ਸਰਕਾਰ ਨੇ 9 ਦਸੰਬਰ ਨੂੰ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਮੰਗ ਨਹੀਂ ਮੰਨੀ ਤੇ ਕਿਸਾਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ। ਇਸ ਕਰਕੇ ਪੂਰੇ ਭਾਰਤ ਦੇ ਵਿੱਚ ਇਹ ਦਿਵਸ ਮਨਾਇਆ ਗਿਆ। ਉਗਰਾਹਾਂ ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤੀ ਤਾਂ 5 ਸੂਬਿਆਂ ਦੇ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ BJP ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਕਿਸਾਨਾਂ ਨੇ ਸ਼ਰੇਆਮ ਕਿਹਾ ਹੈ ਕਿ ਅਸੀਂ ਹੁਣ ਵੀ ਤਿਆਰ ਹਾਂ ਮੋਰਚੇ ਮੁੜ ਤੋਂ ਲਾਉਣ ਨੂੰ। ਸਰਕਾਰ ਕੋਲ ਹਾਲੇ ਵੀ ਵਕਤ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ, ਨਹੀਂ ਤਾਂ ਅਸੀਂ ਸਮਾਨ ਜਿਹੜਾ ਉੱਥੋਂ ਲੈ ਕੇ ਆਏ ਸੀ ਉਸੇ ਤਰ੍ਹਾਂ ਲੱਦਿਆ ਪਿਆ ਹੈ ਤੇ ਅਸੀਂ ਵਾਪਸ ਲਿਜਾ ਕੇ ਦਿੱਲੀ ਦੇ ਬਾਰਡਰਾਂ ਤੇ ਬੈਠ ਜਾਵਾਂਗੇ। ਜਿਹੜਾ ਸਰਕਾਰ ਨੇ ਸਾਡੇ ਗੱਲ ਕੇਂਦਰ ਸਰਕਾਰ ਨੇ ਵਿਸ਼ਵਾਸਘਾਤ ਕਰਿਆ, ਉਹਦੇ ਕਰਕੇ ਅਸੀਂ ਵਿਸ਼ਵਾਸਘਾਤ ਦਿਵਸ ਮਨਾਇਆ ਸੰਯੁਕਤ ਮੋਰਚੇ ਨੇ ਜੀ। ਸਾਰੀਆਂ ਜਥੇਬੰਦੀਆਂ ਇਕੱਠੀਆਂ। ਸਰਕਾਰ ਨੂੰ ਇੱਕ ਵਹਿਮ ਹੋ ਗਿਆ ਤਾਂ ਵੀ ਸੰਯੁਕਤ ਮੋਰਚਾ ਖਿੰਡ ਗਿਆ। ਅਸੀਂ ਅੱਜ ਇਹਨਾਂ ਨੂੰ ਸਬੂਤ ਦੇਣੇ ਖਾਤਰ ਸਰਕਾਰ ਨੂੰ ਦੱਸਣ ਖਾਤਰ ਵੀ ਸੰਯੁਕਤ ਮੋਰਚਾ ਇੱਕ ਹੈ, ਇੱਕ ਰਹੂਗਾ। ਔਰ ਐਨ ਜਦ ਮਰਜੀ ਅਸੀਂ ਕਹੇ ਜਦੇ ਮੋਦੀ ਦੇ ਧੌਣ ਤੇ ਗੋਡਾ ਰੱਖ ਸਕਦੇ। ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇ ਆਈ, ਉਹ ਆਉਂਦੇ ਹੀ ਕਹਿੰਦੇ ਵੀ ਕੁਛ
ਇਹਦੇ ਕਰਕੇ ਚੋਣ ਜ਼ਾਬਤੇ ਕਰਕੇ ਕੁਝ ਪਾਬੰਦੀਆਂ ਹੁੰਦੀਆਂ ਵੀ ਸਾਨੂੰ ਚਾਹੇ 10 ਬੰਦੇ ਆਓ 15 ਮੰਗ ਪੱਤਰ ਦੇ ਜੋ, ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਆਏ। ਪੰਜਾਬ ਦੇ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ, ਮੋਹਾਲੀ, ਪਠਾਨਕੋਟ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ, ਰੋਪੜ, ਅਨੰਦਪੁਰ ਸਾਹਿਬ, ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਅਰਥੀ ਫੂਕ ਮੁਜ਼ਾਹਰੇ ਕੀਤੇ। ਇਕੱਲੇ ਪੰਜਾਬ ਹੀ ਨਹੀਂ, ਹਰਿਆਣਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਮਿਲੀਆਂ ਨੇ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਵਿੱਚ ਵੀ ਰੋਸ ਮੁਜ਼ਾਹਰੇ ਹੋਏ, ਗੁਜਰਾਤ ਦੇ ਸੂਰਤ ਵਿੱਚ, ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ, ਕਰਨਾਟਕਾ ਦੇ ਬੇਲਗਾਵਾਂ ਤੇ ਓਡੀਸ਼ਾ ਦੇ ਜਗਦੀਸ਼ਪੁਰ ਦੇ ਵਿੱਚ। ਇਸ ਦੇ ਨਾਲ ਹੀ ਗੁਜਰਾਤ ਦੇ ਰਾਏਕੋਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੁਜ਼ਾਹਰੇ ਹੋਏ ਨੇ। ਬਿਹਾਰ, ਛੱਤੀਸਗੜ੍ਹ, ਯੂਪੀ, ਬੰਗਾਲ, ਦਿੱਲੀ, ਮਹਾਰਾਸ਼ਟਰ ਦੇ ਵਿੱਚ ਵੀ ਕਿਸਾਨਾਂ ਨੇ ਰੋਸ ਮੁਜ਼ਾਹਰੇ ਕੀਤੇ ਨੇ, ਵਿਸ਼ਵਾਸਘਾਤ ਦਿਵਸ ਮਨਾਇਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲकांड ਦੇ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਕਰੀਬ 27 ਸਾਲਾਂ ਬਾਅਦ ਜੇਲ੍ਹ ਚੋਂ ਪਹਿਲੀ ਵਾਰੀ ਬਾਹਰ ਆਏ, ਪਰ ਸਿਰਫ 1 ਘੰਟੇ ਦੀ ਪੈਰੋਲ ਤੇ। ਰਾਜੋਆਣਾ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਸੀ। ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹੀ ਉਹ ਬੰਦ ਨੇ। ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਪੁਲਿਸ ਨੇ ਬਿਲਕੁਲ ਆਪਣੀ ਮੌਜੂਦਗੀ ਦੇ ਵਿੱਚ ਹੀ ਰਾਜੋਆਣਾ ਨੂੰ ਰੱਖਿਆ। 22 ਜਨਵਰੀ ਨੂੰ ਰਾਜੋਆਣਾ ਦੇ ਪਿਤਾ ਅਕਾਲ ਚਲਾਣਾ ਕਰ ਗਏ ਸੀ ਤੇ ਉਹਨਾਂ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੇ ਲਈ ਉਹ ਪਟਿਆਲਾ ਜੇਲ੍ਹ ਦੇ ਵਿੱਚੋਂ ਪੈਰੋਲ ਤੇ ਗਏ ਸੀ ਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਜੇਲ੍ਹ ਦੇ ਵਿੱਚ ਚਲੇ ਗਏ ਨੇ। 31 ਅਗਸਤ 1995 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਲਈ ਦੋਸ਼ੀ ਪਾਏ ਗਏ ਮੁਲਜ਼ਮਾਂ ਦੇ ਵਿੱਚੋਂ ਰਾਜੋਆਣਾ ਇੱਕ ਨੇ। ਰਾਜੋਆਣਾ ਦੇ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨ ਦੇ ਮੁਤਾਬਿਕ ਉਹਨਾਂ ਅਤੇ ਪੰਜਾਬ ਪੁਲਿਸ ਦੇ ਐਸਪੀਓ ਦਿਲਾਵਰ ਸਿੰਘ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਦੇ ਵਿੱਚ ਕਤਲ ਕਰ ਦਿੱਤਾ ਸੀ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਹਮਲਾ ਕੀਤਾ ਸੀ। ਰਾਜੋਆਣਾ ਉਸ ਦੇ ਪਿੱਛੇ ਸੀ। ਜੇ ਦਿਲਾਵਰ ਨਾਕਾਮ ਹੋ ਜਾਂਦਾ ਤਾਂ ਰਾਜੋਆਣਾ ਨੇ ਹਮਲਾ ਕਰਨਾ ਸੀ। ਇਹ ਰਾਜੋਆਣਾ ਦੇ ਕਹਿਣ ਦੇ ਮੁਤਾਬਿਕ ਹੈ। 1 ਅਗਸਤ 2007 ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ 2012 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਤੇ ਰੋਕ ਲਾ ਦਿੱਤੀ ਸੀ। ਮਾਫ ਨਹੀਂ ਕੀਤੀ ਗਈ ਹੈ ਪਰ ਰੋਕੀ ਗਈ ਹੈ। ਪਿਤਾ ਦੀ ਅੰਤਿਮ ਅਰਦਾਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਜਦੋਂ ਸਟੇਜ ਤੋਂ ਸੰਬੋਧਨ ਕੀਤਾ ਤਾਂ ਉਹਨਾਂ ਨੇ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਬੜੀ ਅਹਿਮ ਗੱਲ ਹੈ ਕਿ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਹੈ ਤੇ ਇਸ ਵਕਤ ਬਲਵੰਤ ਸਿੰਘ ਰਾਜੋਆਣਾ ਨੇ ਇਹ ਅਪੀਲ ਕੀਤੀ ਹੈ ਸਿੱਖ ਸੰਗਤ ਕਿ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ। ਉਹਨਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰਦਿਆਂ 1984 ਦੇ ਸਿੱਖ ਕਤਲੇਆਮ ਨੂੰ ਯਾਦ ਕੀਤਾ। ਇਸ ਲਈ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਵੀ ਦੱਸਿਆ। ਪੈਰੋਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦਾ ਰਾਜੋਆਣਾ ਨੇ ਧੰਨਵਾਦ ਵੀ ਕੀਤਾ। ਲੁਧਿਆਣਾ ਦੇ ਦੁਗਰੀ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ ਸੀ। ਮੇਰੀ ਰੂਹ ਅਕਾਲੀ, ਮੇਰਾ ਦਿਲ ਅਕਾਲੀ, ਹਾਂ ਮੈਂ ਅਕਾਲੀ, ਹਾਂ ਮੈਂ ਅਕਾਲੀ, ਚਾਹੁੰਦਾ ਹਾਂ ਇਸ ਧਰਤੀ ਤੇ ਸਰਕਾਰ ਅਕਾਲੀ। ਉਹ ਤੁਹਾਨੂੰ ਆਗੂ ਕੌਣ ਦੇ ਰਹੇ ਨੇ? ਸ਼ਰਾਬੀ ਤੇ ਕਮੇਡੀ ਕਲਾਕਾਰ। ਖਾਲਸਾ ਜੀ ਤੁਸੀਂ ਜਾਗ ਜਾਓ, ਕਿਤੇ ਸੁੱਤੇ ਨਾ ਰਹਿ ਜਾਣਾ, ਕੋਈ ਗਲਤੀ ਨਾ ਕਰ ਲੈਣਾ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਇਹਨਾਂ ਦੀ ਇਸ ਰਾਜ ਭਾਗ ਦਾ, ਇਸ ਕਾਤਲ ਕਾਂਗਰਸ ਦੇ ਰਾਜ ਭਾਗ ਦਾ, ਇਸ ਧਰਤੀ ਤੋਂ, ਇਸ ਦੇਸ਼ ਤੋਂ ਇੱਕ ਸਿੱਖ ਦਾ ਫਰਜ਼ ਹੈ ਜਦੋਂ ਵੀ ਤੁਹਾਨੂੰ ਵੋਟ ਪਾਉਣ ਦਾ। ਜੇ ਤੁਸੀਂ ਨਹੀਂ ਲੜ ਸਕੇ ਗੱਲ ਮੰਨੀ ਜਾ ਸਕਦੀ ਹੈ, ਲੇਕਿਨ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਇਸ ਵੋਟ ਪਾਉਣ ਦੇ ਅਧਿਕਾਰ ਨੂੰ ਆਪਣਾ ਹਥਿਆਰ ਸਮਝ ਕੇ ਉਹਨਾਂ ਕਾਤਲਾਂ ਦੇ ਖਿਲਾਫ ਵਰਤੋ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਇਸ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਸਾਡੇ ਪੁਰਖਿਆਂ ਦੀ ਵਿਰਾਸਤ ਹੈ। ਇਹ ਵਿਰਾਸਤ ਜਿੰਨੀ ਤਕੜੀ ਹੋਏਗੀ, ਜਿੰਨੀ ਮਜ਼ਬੂਤ ਹੋਏਗੀ, ਖਾਲਸਾ ਜੀ ਉਨੇ ਹੀ ਸਾਡੇ ਹੱਕ ਸੁਰੱਖਿਅਤ ਰਹਿਣਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮੌਕੇ ਮੌਜੂਦ ਸਨ ਅਤੇ ਐਸਜੀਪੀਸੀ ਦੇ ਹੋਰ ਕਈ ਮੈਂਬਰ ਤੇ ਅਹੁਦੇਦਾਰ ਵੀ ਪਹੁੰਚੇ ਹੋਏ ਸਨ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਹੋਏ ਸਨ। ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਆਪਣੇ ਫੇਸਬੁੱਕ ਪੇਜ ਤੋਂ ਕਈ ਤਸਵੀਰਾਂ ਨੇ ਜਿਹੜੀਆਂ ਉਹ ਰਾਜੋਆਣਾ ਦੇ ਨਾਲ ਸਾਂਝੀਆਂ ਕੀਤੀਆਂ ਨੇ। ਤਰਨਤਾਰਨ ਦੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਰੋਸ ਧਰਨਾ ਦਿੱਤਾ। ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭੁੱਲਰ ਦੀ ਰਿਹਾਈ ਨੂੰ ਰੋਕ ਕੇ ਉਸ ਨੂੰ ਅੱਤਵਾਦੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ, ਰਾਜੋਆਣਾ, ਜਗਤਾਰ ਸਿੰਘ ਹਮਾਰਾ ਸਮੇਤ ਹੋਰ ਸਿੰਘਾਂ ਦੀ ਰਿਹਾਈ ਨੂੰ ਬੀਜੇਪੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਰੋਕ ਕੇ ਸਿੱਖਾਂ ਦੇ ਨਾਲ ਵੈਰ ਕਮਾਇਆ ਜਾ ਰਿਹਾ ਹੈ। ਇਹਨਾਂ ਸਿੱਖ ਲੀਡਰਾਂ ਨੇ ਕੇਜਰੀਵਾਲ ਨੂੰ ਕੱਟੜ ਮਨੂਵਾਦੀ ਆਖਿਆ ਤੇ ਕਿਹਾ ਕਿ
ਕੇਜਰੀਵਾਲ ਇਹ ਸਾਰਾ ਕੁਝ ਬੀਜੇਪੀ ਨੂੰ ਖੁਸ਼ ਕਰਨ ਦੇ ਲਈ ਕਰ ਰਹੇ ਨੇ। ਸੋਮਵਾਰ ਨੂੰ ਸੰਸਦ ਦਾ ਬਜਟ ਸੈਸ਼ਨ ਵੀ ਸ਼ੁਰੂ ਹੋ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਮੀਖਿਆ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਜਾਣ ਤੇ ਕੁਝ ਮਰਹੂਮ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਹੇਠਲੇ ਸਦਨ ਦੀ ਕਾਰਵਾਈ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਕਰੀਬ 12:40 ਤੇ ਲੋਕ ਸਭਾ ਦੀ ਬੈਠਕ ਸ਼ੁਰੂ ਹੋਈ। ਬਜਟ ਇਜਲਾਸ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਸੰਬੋਧਨ ਕੀਤਾ। ਰਾਮਨਾਥ ਕੋਵਿੰਦ ਨੇ ਸੰਬੋਧਨ ਕਰਦਿਆਂ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ। ਕੋਰੋਨਾ ਵਾਇਰਸ ਦੇ ਵਿੱਚ ਸਿਹਤ ਕਰਮਚਾਰੀਆਂ ਤੇ ਡਾਕਟਰਾਂ ਦੀ ਭੂਮਿਕਾ ਨੂੰ ਵੀ ਸਰਾਹਿਆ ਤੇ BR ਅੰਬੇਦਕਰ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਪਹੁੰਚ ਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਦਾ ਚਰਚਾ ਤੇ ਇਜਲਾਸ ਤੇ ਪ੍ਰਭਾਵ ਪੈਂਦਾ ਹੈ, ਪਰ ਸੰਸਦਾਂ ਨੂੰ ਅਪੀਲ ਹੈ ਕਿ ਉਹ ਬਜਟ ਸੈਸ਼ਨ ਵਿੱਚ ਹਿੱਸਾ ਜ਼ਰੂਰ ਲੈਣ। ਮੋਦੀ ਨੇ ਕਿਹਾ ਕਿ ਚੋਣਾਂ ਤਾਂ ਹੁੰਦੀਆਂ ਹੀ ਰਹਿਣਗੀਆਂ, ਪਰ ਸੰਸਦ ਮੈਂਬਰ ਤੇ ਸਿਆਸੀ ਪਾਰਟੀਆਂ ਨੂੰ ਬਜਟ ਸੈਸ਼ਨ ਨੂੰ ਲਾਭਦਾਇਕ ਬਣਾਉਣ ਦੇ ਲਈ ਹਿੱਸਾ ਲੈਣਾ ਚਾਹੀਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਬਜਟ ਪੂਰਵ ਆਰਥਿਕ ਸਮੀਖਿਆ ਪੇਸ਼ ਕੀਤੀ, ਜਿਸ ਦੇ ਵਿੱਚ ਵਿੱਤੀ ਸਾਲ 2022-23 ਵਾਸਤੇ ਸਰਕਾਰ ਦੇ ਬਜਟ ਤੋਂ ਪਹਿਲਾਂ ਅਰਥ ਵਿਵਸਥਾ ਦੀ ਹਾਲਾਤ ਦੀ ਜਾਣਕਾਰੀ ਦਿੱਤੀ ਗਈ। ਆਰਥਿਕ ਸਮੀਖਿਆ ਵਿੱਤੀ ਸਾਲ 2022-23 यानी कि अप्रैल 2022 तो मार्च 2023 विचकार भारत की अर्थव्यवस्था 8 ਤੋਂ 8.5% रहने का अंदाजा लाया गया ਤੇ ਹੁਣ ਮੰਗਲਵਾਰ ਨੂੰ ਬਜਟ ਪੇਸ਼ ਕੀਤਾ ਜਾਏਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ। ਸੈਸ਼ਨ ਦੇ ਨਾਲ ਜੁੜੀ ਇੱਕ ਇਹ ਵੀ ਅਪਡੇਟ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਭਾਸ਼ਣ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਤਾਮਿਲਨਾਡੂ ਨਾਲ ਸੰਬੰਧਿਤ ਕਾਂਗਰਸ ਤੇ DMK ਦੇ ਕਈ ਸੰਸਦ ਮੈਂਬਰਾਂ ਨੇ ਨੀਟ ਪ੍ਰੀਖਿਆ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇਣ ਦੇ ਵਿੱਚ ਰਾਜਪਾਲ ਵੱਲੋਂ ਦੇਰੀ ਕੀਤੇ ਜਾਣ ਨੂੰ ਲੈ ਕੇ ਰੋਸ ਜਤਾਇਆ। ਇਹ ਬਿੱਲ ਤਾਮਿਲਨਾਡੂ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ, ਜਿਹੜੇ ਸੂਬੇ ਨੂੰ ਨੀਟ ਤੋਂ ਮੁਕਤ ਕਰਨ ਦੀ ਤਜਵੀਜ਼ ਹੈ। ਇਹ ਬਿੱਲ ਰਾਜਪਾਲ ਦੇ ਕੋਲ ਵਿਚਾਰ ਅਧੀਨ ਹੈ ਤੇ ਰਾਸ਼ਟਰਪਤੀ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ DMK ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵਿਰੋਧ ਵੀ ਜਤਾਇਆ ਤੇ ਤਖਤੀਆਂ ਵੀ ਦਿਖਾਈਆਂ। ਬੈਠਕ ਲਈ ਆਕੇ ਜਾਣ ਤੋਂ ਪਹਿਲਾਂ ਹੀ ਉਹ ਬੈਠ ਗਏ, ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਭਾਸ਼ਣ ਸ਼ੁਰੂ ਕਰ ਦਿੱਤਾ। ਕੈਨੇਡਾ ਤੋਂ ਵੱਡੀ ਖਬਰ ਹੈ, ਜਿੱਥੇ ਰਾਜਧਾਨੀ ਓਟਵਾ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵੱਲੋਂ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਉਸ ਦਾ ਲਗਾਤਾਰ ਤੀਸਰਾ ਦਿਨ ਹੈ। ਇੱਥੇ ਕਰੋਨਾ ਵਿਰੋਧੀ ਟੀਕਿਆਂ ਨੂੰ ਲਾਜ਼ਮੀ ਕਰਨ ਦੇ ਨਿਯਮਾਂ ਦਾ ਲੋਕ ਵਿਰੋਧ ਕਰ ਰਹੇ ਨੇ, ਲੋਕਡਾਊਨ ਦਾ ਵਿਰੋਧ ਕਰ ਰਹੇ ਨੇ, ਮਾਸਕ ਪਹਿਨਣ ਦੀ ਪਾਬੰਦੀ ਦਾ ਵਿਰੋਧ ਕਰ ਰਹੇ ਨੇ। 20,000 ਟਰੱਕਾਂ ਦਾ ਵਿਸ਼ਾਲ ਕਾਫਲਾ ਇੱਕ ਹਫ਼ਤੇ ਬਾਅਦ ਰਾਜਧਾਨੀ ਓਟਵਾ ਦੇ ਵਿੱਚ ਪਹੁੰਚਿਆ, ਜਿਸ ਨੇ ਪਾਰਲੀਮੈਂਟ ਹਿੱਲ ਨੂੰ ਘੇਰ ਲਿਆ। ਇਸ ਕਾਫਲੇ ਨੂੰ ਆਜ਼ਾਦੀ ਦਾ ਕਾਫਲਾ ਨਾਮ ਦਿੱਤਾ ਗਿਆ ਹੈ ਤੇ ਇਹ ਵੀ ਖਬਰਾਂ ਮਿਲੀਆਂ ਨੇ ਕਿ ਇਸ ਵੱਡੇ ਰੋਸ ਮੁਜ਼ਾਹਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਰਿਵਾਰ ਸਮੇਤ ਅਣਜਾਣ ਜਗ੍ਹਾ ਤੇ ਲਿਜਾਇਆ ਗਿਆ ਹੈ। ਇਸ ਵਕਤ ਲੋਕਾਂ ਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਕਿੱਥੇ ਹਨ। ਹਜ਼ਾਰਾਂ ਟਰੱਕ ਡਰਾਈਵਰਾਂ ਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਓਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਨੂੰ ਘੇਰਿਆ ਤਾਂ ਜ਼ਾਹਿਰ ਤੌਰ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਵੀ ਘਿਰਾਓ ਹੋਇਆ। ਕਰੋਨਾ ਦਿਸ਼ਾ ਨਿਰਦੇਸ਼ਾਂ ਨੂੰ ਸਖਤ ਕਰਨ ਦੇ ਖਿਲਾਫ ਹੋ ਰਹੇ ਭਾਰੀ ਵਿਰੋਧ ਦੇ ਮੱਦੇਨਜ਼ਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਤਿੱਖੀ ਬਿਆਨਬਾਜ਼ੀ ਸਹਿਣੀ ਪੈ ਰਹੀ ਹੈ। ਪ੍ਰਦਰਸ਼ਨਕਾਰੀ ਟਰੂਡੋ ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਨੇ। ਅੰਦੋਲਨ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਤੇ ਕਰੋਨਾ ਵੈਕਸੀਨ ਨੂੰ ਜਸਟਿਨ ਟਰੂਡੋ ਦੀ ਸਰਕਾਰ ਨੇ ਲਾਜ਼ਮੀ ਕਰਾਰ ਦਿੱਤਾ, ਕਿਉਂਕਿ ਸਰਹੱਦਾਂ ਦੇ ਉੱਤੇ ਇਧਰੋਂ ਉਧਰ ਸਮਾਨ ਤੇ ਉਧਰੋਂ ਇੱਧਰ ਸਮਾਨ ਲਿਆਉਣ ਦੇ ਵਿੱਚ ਟਰੱਕ ਹੀ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਨੇ ਤੇ ਉਸ ਤੋਂ ਬਾਅਦ 20,000 ਟਰੱਕਾਂ ਦੇ ਕਾਫਲੇ ਨੇ ਰਾਜਧਾਨੀ ਓਟਵਾ ਨੂੰ ਵਹੀਰਾਂ ਕੱਟ ਦਿੱਤੀਆਂ ਸੀ ਤੇ ਇੱਕ ਹਫ਼ਤੇ ਦੇ ਲੰਬੇ ਸਫ਼ਰ ਤੋਂ ਬਾਅਦ ਇਹ ਸਾਰੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਜਾ ਕੇ ਰੋਸ ਮੁਜ਼ਾਹਰੇ ਕਰ ਰਹੇ ਨੇ। ਅਗਲੀ ਖਬਰ ਵੀ ਕੈਨੇਡਾ ਤੋਂ ਹੀ ਹੈ। ਪਿਛਲੇ ਦਿਨੀ ਅਸੀਂ ਪ੍ਰਾਈਮ ਟਾਈਮ ਦੇ ਵਿੱਚ ਵੀ ਉਹਨਾਂ ਵਿਦਿਆਰਥੀਆਂ ਦੀ ਗੱਲ ਕੀਤੀ ਸੀ ਜਿੱਥੇ ਕਿਊਬੈਕ ਦੇ 3 ਕਾਲਜਾਂ ਨੇ ਬੈਂਕਰਪਸੀ ਸ਼ੋਅ ਕਰਦਿਆਂ ਹੋਇਆਂ ਕਾਲਜ ਬੰਦ ਕਰ ਦਿੱਤੇ ਨੇ ਅਤੇ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਉਹਨਾਂ 'ਚ ਵਿਦਿਆਰਥੀ ਸ਼ਾਮਿਲ ਨੇ ਜਿਨ੍ਹਾਂ ਦਾ ਕਰੋੜਾਂ ਰੁਪਈਆ ਡੁੱਬ ਗਿਆ ਹੈ। ਬੈਂਕਰਪਸੀ ਕਰਨ ਵਾਲੇ ਕਾਲਜਾਂ ਦੇ ਵਿੱਚ M ਕਾਲਜ, CDE ਅਤੇ CCSQ ਸ਼ਾਮਿਲ ਨੇ। ਇੱਕ ਅੰਦਾਜ਼ੇ ਦੇ ਮੁਤਾਬਿਕ ਇਹਨਾਂ ਵਿਦਿਆਰਥੀਆਂ ਦਾ $22 ਮਿਲੀਅਨ ਇਸ ਫਰਾਡ ਦੀ ਭੇਂਟ ਚੜ ਗਿਆ ਹੈ। ਮੌਂਟਰੀਅਲ ਦੇ ਨਾਲ ਸੰਬੰਧਿਤ ਕੁਝ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪਾਰਕਿੰਗ ਦੇ ਵਿੱਚ ਇਹਨਾਂ ਸਾਰੇ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੱਡ ਭੰਨਵੀਂ ਠੰਡ ਦੇ ਵਿੱਚ ਬਰਫ਼ ਦੇ ਵਿੱਚ ਇਹ ਵਿਦਿਆਰਥੀ ਖੜੇ ਹੋਏ ਨੇ, ਰੋਸ ਮੁਜ਼ਾਹਰਾ ਕਰ ਰਹੇ ਨੇ ਕਿਉਂਕਿ ਇਨਸਾਫ ਚਾਹੁੰਦੇ ਨੇ। ਫੀਸਾਂ ਭਰੀਆਂ ਹੋਈਆਂ ਨੇ, ਨਾ ਉਹਨਾਂ ਕਾਲਜਾਂ ਨੇ ਕਿਸੇ ਹੋਰ ਕਾਲਜ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਾਇਆ, ਨਾ ਹੀ ਫੀਸਾਂ ਵਾਪਸ ਕੀਤੀਆਂ। ਕਈਆਂ ਦਾ ਤਾਂ ਫਾਈਨਲ ਈਅਰ ਸੀ ਤੇ ਕਈਆਂ ਦਾ ਪਹਿਲਾ ਸਾਲ ਸੀ। ਉਹ ਵਿਦਿਆਰਥੀ ਆਖਿਰਕਾਰ ਕਰਨ ਤਾਂ ਕੀ ਕਰਨ, ਜਾਣ ਤਾਂ ਕਿੱਥੇ ਜਾਣ। ਮਦਦ ਇਹਨਾਂ ਵੱਲੋਂ ਮੰਗੀ ਜਾ ਰਹੀ ਹੈ ਸਰਕਾਰ ਤੋਂ। ਬੁਲੇਟਿਨ ਦੇ ਵਿੱਚ ਹੁਣ ਪੰਜਾਬ ਚੋਣਾਂ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਹੈ, ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਸੰਗਲ ਖੋਲ ਦਿੱਤੇ ਨੇ। ਕਮਿਸ਼ਨ ਨੇ ਤਾਜ਼ਾ ਹੁਕਮ ਜਿਹੜੇ ਜਾਰੀ ਕੀਤੇ ਨੇ ਉਹਨਾਂ ਦੇ ਵਿੱਚ ਭਾਵੇਂ ਪਦ ਯਾਤਰਾ, ਰੋਡ ਸ਼ੋਅ ਤੇ ਰੈਲੀਆਂ ਦੇ ਉੱਤੇ
11 ਫਰਵਰੀ ਤੱਕ ਪਾਬੰਦੀ ਵਧਾ ਦਿੱਤੀ ਹੈ, ਪਰ 20 ਲੋਕਾਂ ਦੇ ਨਾਲ ਹੁਣ ਡੋਰ ਟੂ ਡੋਰ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ 10 ਜਣੇ ਜਾ ਸਕਦੇ ਸੀ ਡੋਰ ਟੂ ਡੋਰ, ਹੁਣ 20 ਜਾ ਸਕਦੇ ਨੇ। ਪਹਿਲਾਂ 300 ਲੋਕ ਇਕੱਠੇ ਹੋ ਸਕਦੇ ਸੀ ਅੰਦਰ ਹਾਲਾਂ ਦੇ ਵਿੱਚ, ਹੁਣ 500 ਇਕੱਠੇ ਹੋ ਸਕਦੇ ਨੇ। ਆਊਟਡੋਰ 1000 ਲੋਕਾਂ ਦਾ ਇਕੱਠ ਸਿਆਸੀ ਲੀਡਰ ਕਰ ਸਕਦੇ ਨੇ। ਡਿਜੀਟਲ ਤਰੀਕੇ ਦੇ ਨਾਲ ਪ੍ਰਚਾਰ ਕਹਿੰਦੇ ਕਰਦੇ ਰਹੋ, ਪਰ ਅੱਜ ਕੱਲ ਡਿਜੀਟਲ ਤਰੀਕੇ ਦੇ ਨਾਲ ਕੋਈ ਘੱਟ ਹੀ ਕਰਦਾ। ਜਦੋਂ 8 ਜਨਵਰੀ ਨੂੰ ਵੋਟਾਂ ਦਾ ਐਲਾਨ ਕੀਤਾ ਸੀ, 1-2 ਦਿਨ ਲੀਡਰਾਂ ਨੇ ਕੀਤਾ ਸੀ ਇਸ ਤਰੀਕੇ ਦੇ ਨਾਲ, ਡਿਜੀਟਲ ਰੈਲੀਆਂ ਕੀਤੀਆਂ ਸੀ, ਪਰ ਹੁਣ ਸਾਰੇ ਡੋਰ ਟੂ ਡੋਰ ਹੀ ਜਾ ਰਹੇ ਨੇ। ਸੋ ਇਹ ਵੱਡੀ ਪਾਬੰਦੀ ਇਹ ਕਿ ਰੋਡ ਸ਼ੋਅ ਤੇ ਰੈਲੀਆਂ ਹਲੇ ਨਹੀਂ ਹੋ ਸਕਦੀਆਂ, ਵੱਡੀਆਂ ਰੈਲੀਆਂ। ਅਗਲੀ ਖਬਰ ਬਿਕਰਮ ਮਜੀਠੀਆ ਦੀ ਰਾਹਤ ਦੇ ਨਾਲ ਜੁੜੀ ਹੋਈ ਹੈ। ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਸੁਪਰੀਮ ਰਾਹਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ ਹੈ। 23 ਫਰਵਰੀ ਤੱਕ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ, ਜਿਸ ਨੂੰ ਕਈ ਮੀਡੀਆ ਅਦਾਰੇ ਸਰੈਂਡਰ ਸ਼ਬਦ ਵੀ ਕਹਿ ਕੇ ਚਲਾ ਰਹੇ ਨੇ। ਗ੍ਰਿਫਤਾਰੀ ਤੇ ਰੋਕ ਦੇ ਹੁਕਮ ਉਸੇ ਤਰ੍ਹਾਂ ਬਰਕਰਾਰ ਰਹਿਣਗੇ। ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਦੇ ਨਾਲ ਹੁਣ ਮਜੀਠੀਆ ਨੂੰ ਚੋਣਾਂ ਲੜਨ ਦੇ ਲਈ ਖੁੱਲ੍ਹ ਮਿਲ ਗਈ ਹੈ, ਰਾਹਤ ਮਿਲ ਗਈ ਹੈ। ਚੀਫ ਜਸਟਿਸ NV ਰਮन्ना ਦੀ ਅਗਵਾਈ ਵਾਲੇ ਬੈਂਚ ਨੇ ਆਰਡਰ ਪਾਸ ਕੀਤਾ। ਅਦਾਲਤ ਨੇ ਇਹ ਵੀ ਕਹਿ ਦਿੱਤਾ ਹੈ ਕਿ ਸਿਆਸੀ ਵਿਰੋਧੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਤੋਂ ਪੰਜਾਬ ਸਰਕਾਰ ਗੁਰੇਜ਼ ਕਰੇ, ਯਾਨੀ ਕਿ ਪੂਰੀ ਮਜੀਠੀਆ ਦੇ ਹੱਕ ਦੇ ਵਿੱਚ ਇਹ ਬਿਆਨ ਜਾਂਦਾ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਅਜਿਹੇ ਅਪਰਾਧਿਕ ਕੇਸਾਂ ਦੇ ਵਿੱਚ ਲੀਡਰਾਂ ਨੂੰ ਇੱਕ ਦੂਸਰੇ ਦੇ ਵੱਲੋਂ ਫਸਾਉਣਾ ਇੱਕ ਆਮ ਵਰਤਾਰਾ ਹੈ। ਸੋਮਵਾਰ ਨੂੰ ਕਿਹੜੇ ਦਿਗਗਜਾਂ ਨੇ ਨਾਮਜ਼ਦਗੀਆਂ ਭਰੀਆਂ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਹਾਂ। ਇੱਕ ਮੌਜੂਦਾ ਮੁੱਖ ਮੰਤਰੀ ਤੇ 2 ਸਾਬਕਾ ਮੁੱਖ ਮੰਤਰੀਆਂ ਨੇ ਨਾਮਜ਼ਦਗੀਆਂ ਭਰੀਆਂ ਨੇ। ਇੱਕ ਡਿਪਟੀ ਮੁੱਖ ਮੰਤਰੀ ਨੇ ਵੀ ਨਾਮਜ਼ਦਗੀ ਭਰੀ ਹੈ। ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲੈਂਦੇ ਹਾਂ, ਜਿਨ੍ਹਾਂ ਨੇ ਦੂਸਰੇ ਹਲਕੇ ਤੋਂ ਜਿੱਥੋਂ ਉਹਨਾਂ ਨੇ ਚੋਣ ਲੜਨੀ ਹੈ, ਬਰਨਾਲਾ ਦੇ ਭਦੌੜ ਤੋਂ ਕਾਗਜ਼ ਦਾਖਲ ਕੀਤੇ। ਇਸ ਮੌਕੇ ਚੰਨੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਦੇ ਲਈ ਮੈਂ ਸੁਦਾਮਾ ਬਣ ਕੇ ਆਇਆ ਤੇ ਹਲਕੇ ਦੇ ਲੋਕ ਕ੍ਰਿਸ਼ਨ ਬਣ ਕੇ ਮੇਰਾ ਮਾਣ ਰੱਖਣਗੇ। ਸੋ ਇਹਨਾਂ ਦਾ ਬਿਆਨ ਕਿਤੇ ਨਾ ਕਿਤੇ ਵਿਵਾਦਿਤ ਵੀ ਕਿਹਾ ਜਾ ਸਕਦਾ ਹੈ। ਆਪਣੇ ਆਪ ਨੂੰ ਇਹਨਾਂ ਨੇ ਸੁਦਾਮਾ ਹਾਲਾਂਕਿ ਦੱਸਿਆ ਹੈ, ਲੋਕਾਂ ਨੂੰ ਕ੍ਰਿਸ਼ਨ ਦੱਸਿਆ ਹੈ ਤੇ ਇਸ ਤੇ ਜਿਹੜਾ ਹੈਗਾ ਕਈ ਲੋਕਾਂ ਨੂੰ ਹੋ ਸਕਦਾ ਹੈ ਇਤਰਾਜ਼ ਹੋਵੇ ਤੇ ਹੋ ਸਕਦਾ ਹੈ ਨਾ ਵੀ ਹੋਵੇ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਭਦੌੜ ਹਲਕੇ ਤੋਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਹੀ ਵੋਟਾਂ ਹਾਸਲ ਕਰਨ ਦੇ ਵਿੱਚ ਮੋਹਰੀ ਰਹੀ ਹੈ। ਹੁਣ ਦੇਖੋ ਚੰਨੀ ਸਾਹਿਬ ਦੀ ਤਕਦੀਰ ਕੀ ਰੰਗ ਲਿਆਉਂਦੀ ਹੈ। ਉਧਰ ਭਦੌੜ ਦੇ ਵਿੱਚ ਕੱਚੇ ਅਧਿਆਪਕਾਂ ਨੇ ਮੁੱਖ ਮੰਤਰੀ ਦਾ ਕਾਫਲਾ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਨੇ ਅਧਿਆਪਕਾਂ ਨੂੰ ਜ਼ਬਰਦਸਤੀ ਸੜਕ ਤੋਂ ਹਟਾ ਦਿੱਤਾ। ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਚੰਨੀ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਅਸੀਂ ਉਹਨਾਂ ਨੂੰ ਇੱਥੋਂ ਜਿੱਤਣ ਨਹੀਂ ਦੇਵਾਂਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੰਬੀ ਵਿਧਾਨ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਨੇ ਅਤੇ ਲਗਾਤਾਰ ਉਹ ਚੋਣਾਂ ਲੜ ਰਹੇ ਨੇ ਵਿਧਾਨ ਸਭਾ ਦੀਆਂ। SDM ਦਫ਼ਤਰ ਦੇ ਵਿੱਚ ਪਰਚੀ ਭਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਮੇਰੇ ਵਿਰੋਧੀ ਮੈਦਾਨ ਦੇ ਵਿੱਚ ਨੇ, ਪਰ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਤੇ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਮੈਂ ਜਿੱਤਾਂਗਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਜਲਾਲਾਬਾਦ ਹਲਕੇ ਤੋਂ ਨਾਮਜ਼ਦਗੀ ਭਰ ਦਿੱਤੀ ਹੈ। ਉਹਨਾਂ ਦੇ ਨਾਲ ਬਠਿੰਡਾ ਤੋਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਸੀ। ਸਾਬਕਾ ਸਿੱਖਿਆ ਮੰਤਰੀ ਤੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਉਹਨਾਂ ਦੇ ਨਾਲ ਬੀਜੇਪੀ ਲੀਡਰ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੀ ਮੌਜੂਦ ਸਨ। ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਕੈਪਟਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਦਰਸ਼ਨ ਵੀ ਕੀਤੇ, ਅਸ਼ੀਰਵਾਦ ਲਿਆ। ਉਧਰ ਕੈਪਟਨ ਤੇ ਬੀਜੇਪੀ ਦੇ ਤੀਸਰੇ ਭਾਈਵਾਲ ਸੰਯੁਕਤ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਦਾ ਟਵੀਟ ਕੀਤਾ ਤੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਲਈ ਸੁਖਦੇਵ ਸਿੰਘ ਢੀਂਡਸਾ ਦਾ ਜਨੂਨ ਮੈਨੂੰ ਸਾਫ਼ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਅਤੇ ਬੀਜੇਪੀ ਦੇ ਫਤਿਹ ਜੰਗ ਸਿੰਘ ਬਾਜਵਾ, ਜਿਹੜੇ ਕਿ ਸਾਬਕਾ ਕਾਂਗਰਸੀ ਨੇ, ਉਹਨਾਂ ਨੇ ਵੀ ਆਪਣੇ ਕਾਗਜ਼ ਦਾਖਲ ਕੀਤੇ। ਦੋਹੇ ਵਿਰੋਧੀ ਉਮੀਦਵਾਰ ਇੱਕ ਦੂਸਰੇ ਨੂੰ ਮਿਲੇ ਵੀ। ਅਸ਼ਵਨੀ ਸੇਖੜੀ ਤੇ ਫਤਿਹ ਜੰਗ ਬਾਜਵਾ ਪਹਿਲਾਂ ਕਾਂਗਰਸ ਦੇ ਵਿੱਚ ਕਾਫੀ ਚੰਗੇ ਸਾਥੀ ਰਹੇ ਨੇ। ਹੁਣ ਗੱਲ ਕਰਦੇ ਹਾਂ ਸਿਆਸਤ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੇ ਨਾਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਣਾਂ ਦੇ ਵਿੱਚ ਰੁਜ਼ਗਾਰ ਹੀ ਸਭ ਤੋਂ ਵੱਡਾ ਮੁੱਦਾ ਹੈ ਤੇ ਸਾਡੀ ਸਰਕਾਰ ਅਗਲੇ 5 ਸਾਲਾਂ ਦੇ ਵਿੱਚ 5 ਲੱਖ ਨੌਕਰੀਆਂ ਦੇਵੇਗੀ। ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਅਗਲੀ ਪੀੜ੍ਹੀ ਵਾਸਤੇ ਚੋਣਾਂ ਲੜ ਰਹੀ ਹੈ। ਵਿਰੋਧੀ ਪਾਰਟੀਆਂ ਦੇ ਵੱਲੋਂ ਚੋਣਾਂ ਦੇ ਵਿੱਚ ਸਿਰਫ ਖੋਖਲੇ ਦਾਅਵੇ ਹੀ ਕੀਤੇ ਜਾ ਰਹੇ ਨੇ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਵੀ ਸਾਡੀ ਸਰਕਾਰ ਕਰੇਗੀ। ਮਜ਼ਦੂਰੀ ਕਰਨ ਵਾਲੇ ਨਾਗਰਿਕਾਂ ਨੂੰ BPL ਕਾਰਡ ਮੁਹੱਈਆ ਕਰਵਾਏ ਜਾਣਗੇ।
ਸਿੱਧੂ ਤੋਂ ਇਲਾਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਤੇ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ। ਕਹਿੰਦੇ ਭਦੌੜ ਦਾ ਮੁੰਡਾ ਚੰਨੀ ਦੀਆਂ ਦੌੜਾਂ ਲਵਾ ਦੇਊਗਾ। ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਹਨਾਂ ਨੇ ਕਿਹਾ ਕਿ ਚੰਨੀ ਨੂੰ 2 ਥਾਵਾਂ ਤੇ ਜਿਹੜੀ ਟਿਕਟ ਦਿੱਤੀ ਗਈ ਆ ਉਸ ਤੇ ਤਿੱਖਾ ਬਿਆਨ ਦਿੰਦਿਆਂ ਕਿਹਾ ਕਿ ਭਦੌੜੀਏ ਚੰਨੀ ਨੂੰ ਬਖਸ਼ਣ ਨਹੀਂ ਲੱਗੇ। ਭਦੌੜ ਵਿਧਾਨ ਸਭਾ ਹਲਕਾ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਭੁਗਤਦਾ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੀਜੇ ਥਾਂ ਤੇ ਰਹੀ ਸੀ। 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਲ ਸਿੰਘ ਨੇ ਇਹ ਸੀਟ ਕੱਢੀ ਸੀ। 19 ਦੇ ਵਿੱਚ ਵੀ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਿਆ ਸੀ। ਉਹਨਾਂ ਕਿਹਾ ਕਿ ਚੰਨੀ ਭਦੌੜ ਦੇ ਬਦਲੇ ਚਮਕੌਰ ਸਾਹਿਬ ਵੀ ਗਵਾ ਨਾ ਬੈਠਣ, ਧਿਆਨ ਰੱਖਣ। ਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਵੀ ਦਿੱਤੀ। ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਆਮ ਘਰ ਦਾ ਮੁੰਡਾ ਲਾਭ ਸਿੰਘ ਉਗੋਕੇ ਤਾਂ ਚੰਨੀ ਦੇ ਪੈਰ ਨਹੀਂ ਲੱਗਣ ਦੇਊਗਾ। ਹਲਕਾ ਨਿਵਾਸੀਆਂ ਨੇ ਘਰ ਦੇ ਜੋਗੀ ਨੂੰ ਜਿਤਾਉਣ ਦਾ ਹੁਣੇ ਤੋਂ ਹੀ ਮਨ ਬਣਾ ਲਿਆ ਹੈ। ਇਹ ਉਹਨਾਂ ਦੀ ਬੁਖਲਾਹਟ ਜਾਂ ਫਿਰ ਉਹਨਾਂ ਨੂੰ ਇਹ ਪੱਕਾ ਪਤਾ ਹੈ ਕਿ ਚਮਕੌਰ ਸਾਹਿਬ ਤੋਂ ਹਾਰ ਰਹੇ ਨੇ, ਇੱਕ ਸੀਟ ਹੋਰ ਦੇ ਦੇਣੇ ਇਹਨਾਂ ਨੂੰ, ਇਹਦੇ ਵੱਲ ਇਸ਼ਾਰਾ ਹੈ। ਤੇ ਮੈਂ ਵੈਲਕਮ ਕਰਦਾ, ਮੇਰੀ ਲੋਕ ਸਭਾ 'ਚ ਪੈਂਦਾ ਭਦੌੜ, ਮੈਂ ਚੰਨੀ ਸਾਹਿਬ ਦਾ ਵੈਲਕਮ ਕਰਦਾ। ਆਓ ਚੰਨੀ ਸਾਹਿਬ, ਹੁਣ ਨਜ਼ਾਰਾ ਆਊਗਾ। ਤੁਸੀਂ ਭਦੌੜ ਤੋਂ ਆਓਗੇ ਤੇ ਸਾਡੇ ਵੱਲੋਂ ਭਦੌੜ ਤੋਂ ਇੱਕ ਆਮ ਘਰ ਦਾ ਮੁੰਡਾ ਲਾਭ ਸਿੰਘ ਉਗੋਕੇ, ਜਿਹੜਾ ਸਵੇਰੇ ਪਹਿਲਾਂ ਆਪਣੇ ਘਰ ਦੇ ਕੰਮ ਕਾਰ ਨਿਬੇੜ ਕੇ ਫਿਰ ਕੰਪੇਨ ਤੇ ਜਾਂਦਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਖੜਨ ਦਾ ਦਾਅਵਾ ਕੀਤਾ ਕਿ ਬੇਮੌਸਮੀ ਮੀਂਹ ਦੇ ਕਾਰਨ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਅਸੀਂ ਦਿੱਲੀ ਦੇ ਵਿੱਚ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤਾ ਹੈ ਅਤੇ ਪੰਜਾਬ ਦੇ ਵਿੱਚ ਵੀ ਅਸੀਂ ਇਹੀ ਨਿਯਮ ਲਾਗੂ ਕਰਾਂਗੇ। ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜਦੀ ਰਹੀ ਹੈ ਤੇ ਖੜਦੀ ਰਹੂਗੀ। ਖਾਸ ਗੱਲ ਦੇਖਣ ਨੂੰ ਇਹ ਮਿਲੀ ਕਿ ਅਰਵਿੰਦ ਕੇਜਰੀਵਾਲ ਤੁਰਲੇ ਵਾਰੀ ਪੱਗ ਬੰਨ੍ਹ ਕੇ ਆਏ ਸੀ, ਯਾਨੀ ਕਿ ਕਿਸਾਨਾਂ ਦੇ ਲਈ ਐਲਾਨ ਕਰਨ ਵਾਸਤੇ ਉਹ ਕਿਸਾਨਾਂ ਦਾ ਭੇਖ ਧਾਰ ਕੇ ਆਏ ਲੱਗਦੇ ਸੀ। ਤੇ ਰਵਾਇਤੀ ਜਿਹੜੇ ਲੀਡਰ ਹੈਗੇ ਨੇ ਉਹਨਾਂ ਦੇ ਵਾਂਗੂ ਉਹਨਾਂ ਦੀ ਜਿਹੜੀ ਲੱਗਦਾ ਵੀ ਚਾਲ ਹੁੰਦੀ ਜਾਂਦੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਅਤੇ ਰੇਤੇ ਵਾਲਾ ਮਸਲਾ ਚੁੱਕਿਆ। ਰੇਤੇ ਦੀ ਨਜਾਇਜ਼ ਮਾਈਨਿੰਗ ਨੂੰ ਕਹਿੰਦੇ ਸਿਆਸੀ ਤੌਰ ਤੇ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਤੇ ਹੀ ਨਿਸ਼ਾਨਾ ਸਾਧਿਆ, ਕਿਹਾ ਕਿ ਉਹ ਆਪਣੇ ਹਲਕੇ ਵਿੱਚ ਖੁਦ ਨਜਾਇਜ਼ ਰੇਤੇ ਦੀ ਚੋਰੀ ਕਰਦੇ ਨੇ। ਵੱਡਾ ਇਲਜ਼ਾਮ ਰਾਘਵ ਚੱਡਾ ਨੇ ਚੰਨੀ ਤੇ ਲਾਇਆ। ਰਾਘਵ ਚੱਡਾ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ। ਕਹਿੰਦੇ ਨਵਜੋਤ ਸਿੰਘ ਸਿੱਧੂ ਮਾਨਸਿਕ ਸੰਤੁਲਨ ਗੁਆ ਬੈਠੇ ਨੇ। ਸਿੱਧੂ ਦਾ ਨਿਸ਼ਾਨਾ ਸਿਰਫ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਹੈ। ਉਹਨਾਂ ਨੂੰ ਪੰਜਾਬ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ। ਸੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਹੜੀ ਚਮਕੌਰ ਸਾਹਿਬ ਤੋਂ ਬਾਅਦ ਭਦੌੜ ਤੋਂ ਵੀ ਟਿਕਟ ਦੇ ਦਿੱਤੀ ਗਈ ਹੈ। ਉਸ ਦੇ ਨਾਲ ਜਿੱਥੇ ਭਦੌੜ ਦੇ ਵਿੱਚ ਕਾਂਗਰਸ ਦੀ ਬਗਾਵਤ ਸ਼ੁਰੂ ਹੋ ਗਈ ਹੈ, ਉੱਥੇ ਸਿਆਸੀ ਵਿਰੋਧੀ ਪਾਰਟੀਆਂ ਨੂੰ ਵੀ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਲਾਉਣ ਦਾ ਵਕਤ ਮਿਲ ਗਿਆ ਹੈ ਤੇ ਇੱਕ ਨਵੀਂ ਚਰਚਾ ਜ਼ਰੂਰ ਛਿੜ ਗਈ ਹੈ। ਸੂਤਰਾਂ ਮੁਤਾਬਿਕ ਚੰਨੀ ਅੰਦਰੋਂ ਅੰਦਰੀ ਇਹ ਸਮਝ ਰਹੇ ਨੇ ਕਿ ਵਿਰੋਧੀ ਧਿਰਾਂ ਕਿਸੇ ਪੜਾਅ ਤੇ ਇਕੱਠੀਆਂ ਹੋ ਕੇ ਚਮਕੌਰ ਸਾਹਿਬ ਹਲਕੇ ਤੋਂ ਘੇਰਾਬੰਦੀ ਕਰ ਸਕਦੀਆਂ ਸੀ ਤੇ ਉਹ ਸਿਆਸੀ ਤੌਰ ਤੇ ਅਸੁਰੱਖਿਅਤ ਮਹਿਸੂਸ ਕਰਦੇ ਹੋ ਸਕਦੇ ਨੇ। ਸੂਤਰ ਇਹ ਵੀ ਆਖਦੇ ਨੇ ਕਿ ਆਮ ਆਦਮੀ ਪਾਰਟੀ ਦੇ ਮਾਲਵਾ ਖਿੱਤੇ ਵਿੱਚ ਅਸਰ ਨੂੰ ਘਟਾਉਣ ਦੇ ਲਈ ਪਾਰਟੀ ਨੇ ਚੰਨੀ ਨੂੰ ਭਦੌੜ ਤੋਂ ਉਤਾਰਨ ਦਾ ਪੈਂਤੜਾ ਅਪਣਾਇਆ ਹੈ ਤੇ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਜਿਹੜਾ ਸੀਐਮ ਚੰਨੀ ਨੂੰ 2 ਹਲਕਿਆਂ ਤੋਂ ਸੀਟਾਂ ਦਿੱਤੀਆਂ ਗਈਆਂ ਨੇ, ਕਿਤੇ ਨਾ ਕਿਤੇ ਸੰਕੇਤ ਨੇ ਹਾਈ ਕਮਾਂਡ ਦੇ ਵੱਲੋਂ ਕਿ ਕਾਂਗਰਸ ਪਾਰਟੀ ਦਾ ਸੀਐਮ ਚਿਹਰਾ ਸੀਐਮ ਚੰਨੀ ਨੂੰ ਹੀ ਐਲਾਨਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਚੰਨੀ ਤੇ ਨਿਸ਼ਾਨਾ ਸਾਧਿਆ ਹੈ। ਕਿਹਾ ਕਿ ਚੰਨੀ ਚਮਕੌਰ ਸਾਹਿਬ ਤੋਂ ਡਰ ਗਿਆ ਸੀ ਕਿਉਂਕਿ ਚਮਕੌਰ ਸਾਹਿਬ ਦੇ ਵਿੱਚ ਰੇਤ ਮਾਫੀਆ ਬਹੁਤ ਜ਼ਿਆਦਾ ਹੈ, ਇਸ ਕਰਕੇ ਉਹ ਭਦੌੜ ਚਲੇ ਗਏ। ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲਦੇ ਆ ਰਹੇ ਪੰਜਾਬੀ ਗਾਇਕ KS ਮੱਖਣ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਮੱਖਣ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਸੀ। ਸੂਤਰਾਂ ਮੁਤਾਬਿਕ ਸਰੀ ਦੀ ਪੁਲਿਸ ਨੇ ਉਸ ਨੂੰ ਲੰਘੀ ਰਾਤ ਗ੍ਰਿਫਤਾਰ ਕੀਤਾ ਹੈ। ਵੀ ਪਤਾ ਲੱਗਿਆ ਕਿ ਸ਼ਹਿਰ ਦੇ ਵਿੱਚ ਕੁਝ ਨੌਜਵਾਨਾਂ ਦੇ ਵਿਚਾਲੇ ਗੋਲੀਬਾਰੀ ਵੀ ਹੋਈ। ਉਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ KS ਮੱਖਣ ਨੂੰ ਗ੍ਰਿਫਤਾਰ ਕਰ ਲਿਆ। ਖਬਰਾਂ ਇਹ ਵੀ ਨੇ ਕਿ ਪੁਲਿਸ ਨੇ KS ਮੱਖਣ ਤੋਂ ਪੁੱਛਗਿੱਛ ਕੀਤੀ ਹੈ ਪਰ ਉਸ ਦੀ ਭੂਮਿਕਾ ਗੋਲੀਬਾਰੀ ਦੇ ਵਿੱਚ ਸਾਹਮਣੇ ਨਹੀਂ ਆਈ, ਜਿਸ ਕਰਕੇ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ। ਇਹ ਦੱਸਣਾ ਵੀ ਦਿਲਚਸਪ ਹੋਵੇਗਾ ਕਿ KS ਮੱਖਣ ਨੇ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਸਿਆਸਤ ਵਿੱਚ ਵੀ ਹੱਥ ਅਜ਼ਮਾਏ ਸੀ ਪਰ ਅਸਫਲ ਰਹੇ ਸੀ। ਗਾਇਕ ਹੁੰਦਿਆਂ ਕਲੀਨ ਸ਼ੇਵ ਸਨ, ਉਸ ਤੋਂ ਬਾਅਦ ਸਿੱਖੀ ਸਰੂਪ ਧਾਰਨ ਕਰ ਲਿਆ ਸੀ ਪਰ ਇੱਕ ਡਰਾਮੈਟਿਕ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਸਰੂਪ ਛੱਡ ਦਿੱਤਾ ਸੀ ਤੇ ਇਸ ਸਮੇਂ ਦੌਰਾਨ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ KS ਮੱਖਣ ਘਿਰਦੇ ਰਹੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।